ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਪ੍ਰਾਈਮ ਟਾਈਮ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਫਿਰ ਤੋਂ ਛਿੜੇ ਵਿਵਾਦ ਦੀ, ਕਿਉਂਕਿ ਰਾਜਪਾਲ ਦੀ ਸੀਐਮ ਨੂੰ ਭੇਜੀ ਗਈ ਚਿੱਠੀ ਨੇ ਫਿਰ ਤੋਂ ਸੂਬੇ ਦੀ ਸਿਆਸਤ ਨੂੰ ਭਖਾ ਦਿੱਤਾ ਤੇ ਉਧਰ ਮੁੱਖ ਮੰਤਰੀ ਨੇ ਅੱਜ ਪਟਿਆਲਾ ਤੋਂ ਬਾਅਦ ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਦੇ ਵਿੱਚ ਆਏ ਨਿਵੇਸ਼ ਦੇ ਆંકੜਿਆਂ ਤੋਂ ਇਲਾਵਾ ਇੱਕ ਵਾਰ ਫਿਰ ਅਡਾਨੀ ਤੇ ਕੇਂਦਰ ਸਰਕਾਰ ਨੂੰ ਘੇਰਿਆ। ਗੱਲ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੀ ਵੀ ਕਰਾਂਗੇ ਅਤੇ ਨਾਲ ਤੁਰਕੀ ਵਿੱਚ ਆਏ ਭੁਚਾਲ ਦੀ ਵੀ, ਕਿਉਂਕਿ ਇਸ ਭੁਚਾਲ ਦੇ ਕਾਰਨ ਹੁਣ ਤੱਕ 36,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰਾਈਮ ਟਾਈਮ ਦੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਆਮਨੇ ਸਾਹਮਣੇ ਹੋ ਗਏ ਨੇ। ਇਸ ਵਾਰ ਲੜਾਈ ਗੁਪਤ ਨਹੀਂ ਸਗੋਂ ਜਨਤਕ ਹੋ ਗਈ ਹੈ। ਦੋਵਾਂ ਨੇ ਇੱਕ ਦੂਜੇ ਪ੍ਰਤੀ ਮੋਰਚਾ ਖੋਲ ਦਿੱਤਾ। ਰਾਜਪਾਲ ਨੇ ਬਹੁਤ ਹੀ ਸਖਤ ਲਹਿਜੇ ਵਿੱਚ ਚਿੱਠੀ ਲਿਖ ਕੇ ਕਿਹਾ ਕਿ ਮੈਂ ਕੁਝ ਸਵਾਲ ਪੁੱਛੇ ਹਨ, 15 ਦਿਨਾਂ ਦੇ ਵਿੱਚ ਇਹਨਾਂ ਦਾ ਜਵਾਬ ਨਾ ਮਿਲਿਆ ਤਾਂ ਉਹ ਲੀਗਲ ਐਕਸ਼ਨ ਲਈ ਕਾਨੂੰਨੀ ਸਲਾਹ ਲੈਣ ਲਈ ਮਜਬੂਰ ਹੋਣਗੇ। ਬਨਵਾਰੀ ਲਾਲ ਪੁਰੋਹਿਤ ਦੀ ਇਸ ਚਿੱਠੀ ਤੋਂ ਤੁਰੰਤ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਇਸ ਖਾਨਾ ਜੰਗੀ ਨੂੰ ਹੋਰ ਤੇਜ਼ ਕਰ ਦਿੱਤਾ। ਮੁੱਖ ਮੰਤਰੀ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਮਾਨਯੋਗ ਰਾਜਪਾਲ ਸਾਹਿਬ, ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ। ਜਿੰਨੇ ਵੀ ਵਿਸ਼ੇ ਚਿੱਠੀ ਦੇ ਵਿੱਚ ਲਿਖੇ ਗਏ ਹਨ ਉਹ ਸਾਰੇ ਸੂਬੇ ਦੇ ਵਿਸ਼ੇ ਹਨ। ਮੈਂ ਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਾਂ, ਨਾ ਕਿ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਰਾਜਪਾਲ ਨੂੰ। ਇਸ ਨੂੰ ਹੀ ਮੇਰਾ ਜਵਾਬ ਸਮਝੋ। ਉਧਰ ਇਸ ਵਾਰ ਤੋਂ ਬਾਅਦ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਸੁਣੋ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਕੀ ਕੁਝ ਕਹਿੰਦੀ ਹੈ। ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਜਿਸ ਤਰੀਕੇ ਨਾਲ ਰੋਜ਼ਾਨਾ ਤੌਰ ਤੇ ਚੁਣੀ ਹੋਈ ਸਰਕਾਰ ਦੇ ਕੰਮਕਾਜ ਦਖਲਅੰਦਾਜ਼ੀ ਕਰ ਰਹੇ ਆ, ਇਹ ਸੰਵਿਧਾਨਿਕ ਤੌਰ ਤੇ ਔਰ ਡੈਮੋਕ੍ਰੈਟਿਕ ਤੌਰ ਤੇ ਵੀ ਕੋਈ ਹੈਲਦੀ ਸਾਈਨ ਨਹੀਂ ਹੈ। ਪੰਜਾਬ ਦੇ ਟੀਚਰਸ ਨੂੰ, ਪ੍ਰਿੰਸੀਪਲ ਸਾਹਿਬਾਨਾਂ ਨੂੰ ਅਗਰ ਦੁਨੀਆ ਦੇ ਮੰਨੇ ਪਰਮੰਨੇ ਜਿਹੜਾ ਵਰਲਡ ਕਲਾਸ ਐਜੂਕੇਸ਼ਨ ਮਾਡਲ ਹੈ ਸਿੰਗਾਪੁਰ ਦਾ, ਜੇ ਉੱਥੇ ਟ੍ਰੇਨਿੰਗ ਵਾਸਤੇ ਭੇਜਿਆ ਤੇ ਕੀ ਗੁਨਾਹ ਕਰਤਾ। ਸਾਨੂੰ ਲੱਗਦਾ ਹੈ ਕਿ ਗਵਰਨਰ ਆਫਿਸ ਦਾ ਜਿਸ ਤਰੀਕੇ ਨਾਲ ਭਾਜਪਾ ਮਿਸਯੂਜ਼ ਕਰਦੀ ਰਹੀ ਹੈ, ਔਰ ਆਪਾਂ ਦੇਖਿਆ ਦਿੱਲੀ 'ਚ ਵੀ ਲਗਾਤਾਰ ਲੈਫਟੀਨੈਂਟ ਗਵਰਨਰ ਆਫਿਸ ਦਾ ਮਿਸਯੂਜ਼ ਹੋਇਆ। ਦਿੱਲੀ ਦੇ ਬੱਚੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਆਈ ਹੈ, ਆਮ ਘਰਾਂ ਦੇ ਗਰੀਬਾਂ ਦੇ ਬੱਚੇ, ਰਿਕਸ਼ੇ ਵਾਲੇ ਦੇ, ਸਬਜ਼ੀ ਵਾਲੇ ਦੇ, ਦਿਹਾੜੀਦਾਰ ਦੇ ਬੱਚੇ IIT ਔਰ IIM 'ਚ ਜਾ ਰਹੇ ਆ। ਭਾਜਪਾ ਕਦੀ ਨਹੀਂ ਚਾਹੁੰਦੀ ਦੇਸ਼ ਦੇ ਬੱਚੇ ਅੱਗੇ ਵਧਣ। ਹੁਣ ਇਹੀ ਸਾਜ਼ਿਸ਼ ਭਾਜਪਾ ਜਿਹੜੀ ਆ ਗਵਰਨਰ ਆਫਿਸ ਦੇ ਰਾਹੀਂ ਪੰਜਾਬ ਦੇ ਖਿਲਾਫ ਰਚ ਰਹੀ ਹੈ। ਔਰ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਵੀ ਕੋਈ ਅਕਿਊਜ਼ਡ ਹੈ, ਵਿਦਆਊਟ ਕੋਰਟ ਦੇ ਟ੍ਰਾਇਲ, ਅਦਾਲਤਾਂ ਤੋਂ ਬਿਨਾਂ ਤੁਸੀਂ ਉਹਨੂੰ ਕਨਵਿਕਟ ਕਿਸ ਤਰ੍ਹਾਂ ਮੰਨ ਸਕਦੇ ਹੋ ਕਿ ਤੁਹਾਡਾ ਲੀਗਲ ਪ੍ਰੋਸੈਸ ਤੇ ਮਾਣਯੋਗ ਅਦਾਲਤਾਂ ਤੇ ਭਰੋਸਾ ਨਹੀਂ ਹੈ। ਤਾਂ ਤੁਸੀਂ ਕੌਣ ਹੁੰਦੇ ਆ ਕਿਸੇ ਵੀ ਅਕਿਊਜ਼ਡ ਨੂੰ ਦੋਸ਼ੀ ਮੰਨਣ ਵਾਲੇ। ਔਰ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ, ਪੰਜਾਬ ਦੇ ਜਵਾਨੀ ਦੇ ਭਵਿੱਖ ਨੂੰ ਲੈ ਕੇ ਨਵੇਂ ਇਨੀਸ਼ੀਏਟਿਵ ਮਾਨ ਸਾਹਿਬ ਦੀ ਅਗਵਾਈ 'ਚ ਲੈ ਰਹੀ ਆ। ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇੱਕ ਚਿੱਠੀ ਲਿਖੀ ਹੈ, ਜਿਸ 'ਚ ਕੁਝ ਚੀਜ਼ਾਂ ਦੇ ਉੱਤੇ ਉਹਨਾਂ ਨੇ ਕਲੈਰੀਫਿਕੇਸ਼ਨ ਮੰਗੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੁਝ ਸ਼ਿਕਾਇਤਾਂ ਆਈਆਂ ਨੇ ਜਿਹਦੇ ਵਿੱਚ ਜਿਹੜੇ ਟੀਚਰਸ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਿਆ ਗਿਆ ਸੀਗਾ ਉਹਦੇ ਬਾਰੇ ਕੁਝ ਕਲੈਰੀਫਿਕੇਸ਼ਨ ਮੰਗੀ ਹੈ। ਦੂਸਰੀ ਚੀਜ਼ ਉਹਨਾਂ ਨੇ ਕਹੀ ਹੈ ਕਿ ਗੁਰਿੰਦਰਜੀਤ ਸਿੰਘ ਜਵੰਡਾ, ਜਿਨ੍ਹਾਂ ਨੂੰ ਕਿ ਚੇਅਰਮੈਨ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਦਾ ਬਣਾਇਆ ਗਿਆ, ਉਹਨਾਂ ਉੱਤੇ ਕਿਡਨੈਪਿੰਗ ਔਰ ਪ੍ਰਾਪਰਟੀ ਗ੍ਰੈਬਿੰਗ ਦੇ ਕੇਸ ਚੱਲਦੇ ਪਏ ਨੇ ਤੇ ਇਹਦੇ ਬਾਰੇ ਵੀ ਜਾਣਕਾਰੀ ਮੰਗੀ ਹੈ। ਔਰ ਇਸ ਦੇ ਇਲਾਵਾ ਐਸੀ ਬੱਚੇ ਦੀ ਸਕਾਲਰਸ਼ਿਪ ਦਾ ਇਸ਼ੂ ਹੈ ਔਰ ਹੋਰ ਇਸ਼ੂਜ਼ ਉਠਾਏ ਨੇ। ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ। ਅਸੀਂ ਸਾਰੇ ਜਾਣਦੇ ਹਾਂ ਕਿ ਗਵਰਨਰ ਸਾਹਿਬ ਜਿਹੜੇ ਨੇ ਕੰਸਟੀਟਿਊਸ਼ਨਲ ਹੈੱਡ ਹੁੰਦੇ ਨੇ ਔਰ ਉਹਨਾਂ ਕੋਲ ਕੋਈ ਚੀਜ਼ ਉਹਨਾਂ ਦੇ ਧਿਆਨ 'ਚ ਲਿਆਈ ਜਾਂਦੀ ਹੈ ਤੇ ਸੰਵਿਧਾਨ ਦੇ ਮੁਤਾਬਕ ਉਹ ਸਰਕਾਰ ਨੂੰ ਉਹਨਾਂ ਬਾਰੇ ਸਪਸ਼ਟੀਕਰਨ ਮੰਗ ਸਕਦੇ ਨੇ। ਤੇ ਆਮ ਆਦਮੀ ਪਾਰਟੀ ਸਪਸ਼ਟੀਕਰਨ ਦੇਣ ਦੀ ਬਜਾਏ ਚੀਕਾਂ ਕਿਉਂ ਮਾਰਦੀ ਹੈ? ਮੈਂ ਪੁੱਛਣਾ ਚਾਹੁੰਦਾ, ਤੁਸੀਂ ਕਹਿੰਦੇ ਹੋ ਅਸੀਂ ਸਿੰਗਾਪੁਰ ਭੇਜੇ ਪ੍ਰਿੰਸੀਪਲਸ, ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਦਾ ਰੌਲਾ ਪਾਉਂਦੇ ਹੋ ਕਿ ਦਿੱਲੀ ਦਾ ਸਿੱਖਿਆ ਮਾਡਲ ਬਿਹਤਰੀਨ ਸਿੱਖਿਆ ਮਾਡਲ ਹੈ, ਤੇ ਪਹਿਲਾਂ ਆਪਣੇ ਪ੍ਰਿੰਸੀਪਲਸ ਨੂੰ, ਪੰਜਾਬ ਦੇ ਪ੍ਰਿੰਸੀਪਲਸ ਨੂੰ ਦਿੱਲੀ ਦੇ ਦਰਸ਼ਨ ਤੇ ਕਰਾ ਦਿੰਦੇ। ਕਿਹੜੇ ਸਕੂਲ ਨੇ ਤੁਹਾਡੇ ਉੱਥੇ ਕਿਸ ਤਰ੍ਹਾਂ ਦੀ ਸਿੱਖਿਆ ਤੁਸੀਂ ਦਿੰਦੇ ਹੋ? ਤੁਸੀਂ ਸਿੰਗਾਪੁਰ ਭੇਜਤਾ।
ਸਿੰਗਾਪੁਰ ਦਾ ਇਨਫਰਾਸਟ੍ਰਕਚਰ, ਉੱਥੇ ਦੀ ਐਜੂਕੇਸ਼ਨ ਸਿਸਟਮ ਪੰਜਾਬ ਦੇ ਐਜੂਕੇਸ਼ਨ ਸਿਸਟਮ ਨਾਲ ਟੋਟਲੀ ਡਿਫਰੈਂਟ ਹੈਗਾ। ਔਰ ਪੰਜਾਬ ਦੇ ਵਿੱਚ ਹਾਲਤ ਇਹ ਹੈਗੀ ਹੈ ਕਿ ਜਾਂ ਬਿਲਡਿੰਗਾਂ ਹੈ ਨਹੀਂ, ਬਿਲਡਿੰਗ ਹੈਗੀ ਤੇ ਬੈਂਚ ਹੈ ਨਹੀਂ, ਬੈਂਚ ਨਹੀਂ ਤੇ ਟਾਟ ਹੈ ਨਹੀਂ, ਟਾਟ ਹੈਗੇ ਤੇ ਟੀਚਰ ਹੈ ਨਹੀਂ, ਟੀਚਰ ਹੈਗੇ ਤੇ ਬੱਚੇ ਹੈ ਨਹੀਂ। ਸੋ ਹਾਲਤ ਤੇ ਪੰਜਾਬ ਦੀ ਬੱਤਰ ਹੋਈ ਪਈ ਹੈ। ਅੱਧੇ ਸਕੂਲਾਂ 'ਚ ਤੁਹਾਡੇ ਕੋਲ ਟੀਚਰ ਹੈ ਨਹੀਂਗੇ, ਬੇਰੁਜ਼ਗਾਰ ਅਧਿਆਪਕ ਜਿਹੜੇ ਹੈਗੇ ਨੇ ਸੜਕਾਂ ਤੇ ਬੈਠੇ ਨੇ। ਔਰ ਤੁਸੀਂ ਗੱਲਾਂ ਕਰਦੇ ਹੋ ਸਿੰਗਾਪੁਰ ਮਾਡਲ ਦੀਆਂ। ਜੇ ਤੁਹਾਡਾ ਦਿੱਲੀ ਦਾ ਮਾਡਲ ਹੀ ਇੰਨਾ ਅੱਛਾ ਹੈ ਤੇ ਪਹਿਲਾਂ ਆਪਣੇ ਪ੍ਰਿੰਸੀਪਲਸ ਨੂੰ ਦਿੱਲੀ ਦੇ ਦਰਸ਼ਨ ਕਰਾ ਦਿਓ ਆਪਣੇ ਸਕੂਲਾਂ ਦੇ। ਤੁਸੀਂ ਐਸੀ ਦੇ ਬੱਚਿਆਂ ਦੀ ਸਕਾਲਰਸ਼ਿਪ ਤਾਂ ਪੈਸਾ ਨਹੀਂ ਦੇ ਰਹੇ, ਕਹਿੰਦੇ ਤੁਹਾਨੂੰ ਪੈਸਾ ਭੇਜ ਰਿਹਾ, ਤੁਸੀਂ ਅੱਗੇ ਉਹਨੂੰ ਆਪਣਾ ਸ਼ੇਅਰ ਨਹੀਂ ਪਾ ਰਹੇ। ਜੇ ਰਾਜਪਾਲ ਜੀ ਇਹ ਪੁੱਛ ਲੈਣ ਤੇ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਕੰਮ 'ਚ ਇੰਟਰਫੇਰੈਂਸ ਹੋ ਰਹੀ ਹੈ, ਲੇਕਿਨ ਤੁਸੀਂ ਭੁੱਲ ਰਹੇ ਹੋ ਕਿ ਰਾਜਪਾਲ ਸਾਹਿਬ ਸੰਵਿਧਾਨਿਕ ਰੂਪ ਦੇ ਵਿੱਚ ਇਹ ਪੰਜਾਬ ਸਰਕਾਰ ਦੇ ਹੈੱਡ ਨੇ। ਤੁਸੀਂ ਚੁਣੀ ਹੋਈ ਸਰਕਾਰ ਚਲਾਉਂਦੇ ਹੋ, ਲੇਕਿਨ ਉਹਦੀ ਜਵਾਬਦੇਹੀ ਵੀ ਹੈਗੀ ਹੈ। ਸੰਵਿਧਾਨ ਨੇ ਇੱਕ ਫੈਡਰਲ ਸਟਰਕਚਰ ਸਿਸਟਮ ਬਣਾਇਆ, ਸੋ ਸਾਨੂੰ ਸਾਰਿਆਂ ਨੂੰ ਉਹਦਾ ਪਾਲਣ ਕਰਨਾ ਚਾਹੀਦਾ ਹੈ। ਔਰ ਆਮ ਆਦਮੀ ਪਾਰਟੀ ਨੂੰ ਬਜਾਏ ਇਹਦੇ ਕਿ ਉਹ ਗਵਰਨਰ ਸਾਹਿਬ ਤੇ ਦੋਸ਼ਾਰੋਪਣ ਕਰਨ, ਉਸ ਗੱਲ ਦਾ ਜਵਾਬ ਦੇਣ। ਜਿਹੜੇ ਇਸ਼ੂਜ਼ ਹੈਗੇ ਨੇ ਆਪਣਾ ਜੇ ਸਹੀ ਨੇ ਤੇ ਜਵਾਬ ਦੇ ਦੇਣ ਨਾ। ਇਹਨਾਂ ਦੀ ਬੁਖਲਾਹਟ ਇਹ ਦੱਸਦੀ ਹੈ ਕਿ ਦਾਲ ਹੀ ਨਹੀਂ, ਪੂਰੀ ਦੀ ਪੂਰੀ ਦਾਲ ਹੀ ਕਾਲੀ ਹੈਗੀ ਹੈ। ਔਰ ਇਹਨਾਂ ਦੇ ਬਹੁਤ ਵੱਡੇ ਕਪੜੇ ਜਿਹੜੇ ਹੈਗੇ ਨੇ ਉਹ ਸਾਹਮਣੇ ਆਉਣ ਵਾਲੇ ਨੇ। ਤੇ ਉਧਰ ਪੰਜਾਬ ਦੇ ਮੋਹਾਲੀ ਵਿਖੇ ਚਾਲੂ ਫਰਵਰੀ ਮਹੀਨੇ ਦੇ ਆਖਰ ਦੇ ਵਿੱਚ ਆਯੋਜਿਤ ਹੋਣ ਵਾਲੇ ਇਨਵੈਸਟਮੈਂਟ ਸੰਮੇਲਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਸੂਬੇ ਦੇ ਵਿੱਚ ਆਏ ਨਿਵੇਸ਼ ਦੇ ਆંકੜੇ ਵੀ ਪੇਸ਼ ਕੀਤੇ। ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਤੱਕ 38,175 ਕਰੋੜ ਦਾ ਨਿਵੇਸ਼ ਹੋ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ 2,43,248 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਸੀਐਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਵਿੱਚ ਰੱਖਣਾ ਹੈ। ਅਸੀਂ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸ਼ ਵਿਦੇਸ਼ ਦੇ ਵਿੱਚ ਜਾ ਕੇ ਇਸ ਲਈ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਪਾਰੀਆਂ ਨੂੰ ਮਿਲੇ ਹਾਂ। ਉਹਨਾਂ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ 11,853 ਕਰੋੜ ਰੁਪਏ ਰੀਅਲ ਸਟੇਟ ਦੇ ਵਿੱਚ ਨਿਵੇਸ਼ ਹੋਇਆ। ਇਸੇ ਤਰ੍ਹਾਂ 3,890 ਕਰੋੜ ਸਟੀਲ ਵਿੱਚ ਨਿਵੇਸ਼ ਹੋਇਆ। ਉਹਨਾਂ ਕਿਹਾ ਕਿ ਸਭ ਤੋਂ ਵੱਧ ਨਿਵੇਸ਼ ਮੋਹਾਲੀ ਦੇ ਵਿੱਚ ਕੀਤਾ ਗਿਆ। ਲੁਧਿਆਣਾ ਦੂਜੇ ਨੰਬਰ ਤੇ ਰਿਹਾ, ਤੀਜੇ ਨੰਬਰ ਤੇ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਚੌਥੇ ਨੰਬਰ ਤੇ ਹੈ। ਪਟਿਆਲੇ ਦਾ 5ਵਾਂ ਨੰਬਰ ਹੈ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰੋਬਾਰੀਆਂ ਨੂੰ ਖਰਾਬ ਕਰਨ ਲਈ ਪਿਛਲੀਆਂ ਸਰਕਾਰਾਂ ਖਿਲਾਫ ਚੰਗੇ ਰਗੜੇ ਲਾਏ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਨਹੀਂ ਹੋ ਸਕਦਾ। ਹੋਰ ਕੀ ਕੁਝ ਕਿਹਾ ਭਗਵੰਤ ਮਾਨ ਜੀ ਨੇ, ਆਓ ਸੁਣ ਲੈਂਦੇ ਹਾਂ। ਚੁਣਾਵ ਪ੍ਰਚਾਰ ਕਰ ਰਹੀ ਸੀ ਤਾਂ ਅਸੀਂ ਲੋਕਾਂ ਨੂੰ ਇੱਕ ਵਾਅਦਾ ਕਰ ਰਹੇ ਸੀ, ਗਰੰਟੀ ਦੇ ਰਹੇ ਸੀ ਕਿ ਅਸੀਂ ਰੋਜ਼ਗਾਰ ਦੇਣਾ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ। ਅਸੀਂ ਬ੍ਰੇਨ ਡਰੇਨ ਨੂੰ ਰੋਕਣਾ ਹੈ। ਜਿਹੜੇ ਬਾਹਰ ਜਾ ਰਹੇ ਨੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਆਈਲੈਟਸ ਵਗੈਰਾ ਕਰਕੇ, ਤੇ ਉਹਨਾਂ ਨੂੰ ਉਹਨਾਂ ਦੀ ਡਿਗਰੀਆਂ ਮੁਤਾਬਕ ਇੱਥੇ ਹੀ ਕੰਮ ਦੇਵਾਂਗੇ। ਤੇ ਜਿਹੜੀ ਇੰਡਸਟਰੀ ਜਾਂ ਤਾਂ ਪੰਜਾਬ ਚੋਂ ਚਲੀ ਗਈ ਦੁਖੀ ਹੋ ਕੇ ਪੁਰਾਣੀਆਂ ਸਰਕਾਰਾਂ ਦੇ ਵਤੀਰਿਆਂ ਤੋਂ, ਜਾਂ ਉਹਨਾਂ ਦੀਆਂ ਬੇਰੁਖੀਆਂ ਕਰਕੇ ਇੱਥੇ ਆਏ ਹੀ ਨਹੀਂ। ਇੱਕ ਦੋ ਵਾਰੀ ਆਏ ਪਰ ਤੰਗ ਪਰੇਸ਼ਾਨ ਹੋ ਕੇ ਵਾਪਸ ਚਲੇ ਗਏ। ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ, ਇਹ ਵਾਅਦਾ ਵੀ ਅਸੀਂ ਕੀਤਾ ਸੀ। ਮੈਂ ਖੁਦ ਚੇਨਈ, ਉਹਨਾਂ ਦੇ ਜਿਹੜੇ ਉੱਥੇ ਜਿਹੜੇ ਚੇਨਈ ਬੇਸਡ ਇੰਡਸਟਰੀਅਲਿਸਟ ਨੇ ਵੱਡੇ ਵੱਡੇ, ਉਹਨਾਂ ਨੂੰ ਮਿਲ ਕੇ ਆਇਆ। ਬੈਂਗਲੌਰ, ਮੁੰਬਈ, ਹੈਦਰਾਬਾਦ, ਜਰਮਨੀ, ਦਿੱਲੀ ਤੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਆਲਰੇਡੀ ਮੌਜੂਦ ਨੇ ਇੰਡਸਟਰੀਅਲਿਸਟ, ਜਿਨ੍ਹਾਂ 'ਚ ਮੋਹਾਲੀ ਦੇ ਇੰਡਸਟਰੀਅਲਿਸਟ, ਆਲੇ ਦੁਆਲੇ ਦੇ ਮੋਹਾਲੀ ਦੇ ਆਲੇ ਦੁਆਲੇ ਕਸਬਿਆਂ ਦੇ, ਲੁਧਿਆਣੇ ਦੇ, ਜਲੰਧਰ ਦੇ, ਅੰਮ੍ਰਿਤਸਰ ਦੇ, ਪਠਾਨਕੋਟ ਦੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹੁਣ ਤੱਕ 10 ਮਹੀਨਿਆਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਆਈ ਹੈ 38,175 ਕਰੋੜ ਰੁਪਏ ਦੀ ਇੰਡਸਟਰੀ ਜਿਹੜੀ ਹੈ ਉਹਨੇ ਸਾਨੂੰ 38,175 ਕਰੋੜ ਰੁਪਏ ਦਾ ਜਿਹੜਾ ਨਿਵੇਸ਼ ਹੈ ਉਹ ਪੰਜਾਬ 'ਚ ਆ ਰਿਹਾ ਹੈ, ਜਿਹਦੇ ਨਾਲ 2,00,000
43,248 43,148 so far 38,175 crores ਦੀ ਜਿਹੜੀ ਇਨਵੈਸਟਮੈਂਟ ਆਈ ਹੈ, ਜਿਹਦੇ ਨਾਲ 2,43,248 2,43,248 ਇੰਨੀ ਐਮਪਲੋਇਮੈਂਟ ਜਨਰੇਸ਼ਨ ਹੋਊਗੀ, ਰੋਜ਼ਗਾਰ ਇੰਨੇ ਲੋਕਾਂ ਨੂੰ ਮਿਲੂਗਾ। ਪਹਿਲਾਂ ਜਦੋਂ ਆਉਂਦੇ ਸੀ ਕੋਈ ਇੰਡਸਟਰੀਲਿਸਟ, ਮੈਂ ਨਹੀਂ ਕਹਿੰਦਾ ਕਿ ਪਹਿਲਾਂ ਆਉਂਦੇ ਹੀ ਨਹੀਂ ਸੀ, ਆਉਂਦੇ ਸੀ। ਪਹਿਲਾਂ ਜਦੋਂ ਆਉਂਦੇ ਸੀ ਤਾਂ ਪੰਜਾਬ ਦੇ 2 ਪਰਿਵਾਰਾਂ ਚੋਂ ਇੱਕ ਪਰਿਵਾਰ ਰਾਜ 'ਚ ਹੁੰਦਾ ਸੀ, MOU ਇੱਕੋ ਪਰਿਵਾਰ ਨਾਲ ਹੀ ਕਰਨਾ ਪੈਂਦਾ ਸੀ ਕਿ ਸਾਨੂੰ ਕਿੰਨਾ ਦਿੰਦੇ ਹੋ ਜੀ, ਤਾਂ ਇੰਡਸਟਰੀਲਿਸਟ ਚਲਾ ਜਾਂਦਾ ਸੀ। ਅੱਜ ਦੇ ਇਸ ਜ਼ਮਾਨੇ 'ਚ ਤੁਸੀਂ ਪ੍ਰੋਫਿਟ 'ਚੋਂ ਹਿੱਸਾ ਮੰਗੋਗੇ 20% 25%, ਕੌਣ ਦੇ ਦੂਗਾ ਜੀ? ਪਰ ਜਿਹੜੇ ਹੁਣ ਆਏ ਨੇ ਤੇ 23-24 ਤਰੀਕ ਤੋਂ ਬਾਅਦ ਆਉਣਗੇ, ਉਹ MOU ਕਿਸੇ ਇੱਕ ਪਰਿਵਾਰ ਨਾਲ ਨਹੀਂ, ਪੰਜਾਬ ਦੇ 3 ਕਰੋੜ ਪੰਜਾਬੀਆਂ ਨਾਲ MOU ਹੋਊਗਾ, ਉਹਨਾਂ ਦੇ ਰੋਜ਼ਗਾਰ ਵਾਸਤੇ, ਪੰਜਾਬ ਦੀ ਖੁਸ਼ਹਾਲੀ ਵਾਸਤੇ। ਜਿਹੜਾ ਸਾਡਾ 2 ਦਿਨਾਂ ਦਾ ਸਮਿਟ ਹੈ, ਇਹਦੇ ਵਿੱਚ ਅਸੀਂ 9 ਸੈਕਟਰ ਰੱਖੇ ਨੇ ਡਿਸਕਸ਼ਨ ਲਈ ਤੇ ਇਨਵੈਸਟਮੈਂਟ ਲਈ। ਐਗਰੀ ਫੂਡ ਪ੍ਰੋਸੈਸਿੰਗ, ਟੈਕਸਟਾਈਲਸ, ਹੈਲਥ ਕੇਅਰ, ਐਜੂਕੇਸ਼ਨ, ਟੂਰਿਜ਼ਮ, IT ਐਂਡ ਸਟਾਰਟਅਪਸ, ਐਕਸਪੋਰਟ ਤੇ ਜਾਪਾਨ ਤੇ UK ਜਿਹੜੇ ਸਾਡੇ ਨੇ, ਉਹਨਾਂ ਦੇ ਸਪੈਸ਼ਲ ਸੈਸ਼ਨ ਹੋਣਗੇ। ਉਹ ਸਾਡੇ ਪਾਰਟਨਰ ਨੇ। ਜਾਪਾਨ ਵਾਲੇ ਆਪਣੀਆਂ ਕੰਪਨੀਆਂ ਨੂੰ ਨਾਲ ਲੈ ਕੇ ਆਉਣਗੇ ਤਾਂ ਉਹਨਾਂ ਦਾ ਅਲੱਗ ਸੈਸ਼ਨ ਹੋਊਗਾ, ਤੇ UK ਦਾ ਅਲੱਗ ਸੈਸ਼ਨ ਹੋਊਗਾ। ਇਹ ਪਾਰਟਨਰ ਕੰਟਰੀਜ਼ ਨੇ। ਸੋ ਜਿਹੜੇ ਕੋਈ ਸਵਾਲ ਉਠਾਉਂਦੇ ਹੋਣਗੇ ਕਿੱਥੇ ਆਇਆ ਜੀ ਨਿਵੇਸ਼, ਅਸੀਂ ਉਹਨਾਂ ਨੂੰ ਐਡਰੈਸ ਵੀ ਦੇ ਸਕਦੇ ਹਾਂ, ਉੱਥੇ ਜਾ ਕੇ ਦੇਖ ਸਕਦੇ ਨੇ। ਇਹ ਨਿਵੇਸ਼ ਜਿਹੜਾ ਸਿੰਗਲ ਵਿੰਡੋ ਸਿਸਟਮ ਦੇ ਰਹੇ ਹਾਂ ਅਸੀਂ। ਇਸ ਤੋਂ ਪਹਿਲਾਂ ਪਰਿਵਾਰਵਾਦ ਹੁੰਦਾ ਸੀ, ਸਾਰੇ ਬਿਜ਼ਨਸ ਇੱਕੋ ਪਰਿਵਾਰ ਦੇ ਹੁੰਦੇ ਸੀ। ਹੁਣ ਅਸੀਂ ਸਿੰਗਲ ਵਿੰਡੋ ਸਿਸਟਮ ਦੇ ਰਹੇ ਹਾਂ। ਕੋਈ ਦਫ਼ਤਰਾਂ 'ਚ ਖੱਜਲ ਖੁਆਰੀ ਨਹੀਂ ਹੋਊਗੀ, ਚਾਹੇ ਉਹ ਕੋਈ NOC ਲੈਣੀ ਹੈ, ਚਾਹੇ ਪੋਲੂਸ਼ਨ ਸਰਟੀਫਿਕੇਟ, ਚਾਹੇ ਕੋਈ ਫਾਇਰ ਵਾਲਿਆਂ ਤੋਂ, ਚਾਹੇ ਕੋਈ ਕਿਸੇ ਵੀ ਕਿਸਮ ਦਾ ਕੋਈ ਅਨੁਮਤੀ ਲੈਣੀ ਹੈ, ਤਾਂ ਅਸੀਂ ਉਹਨੂੰ ਆਨਲਾਈਨ ਪਲੱਸ ਇੱਕੋ ਪੈਕੇਜ ਦੇ ਵਿੱਚ ਦੇਵਾਂਗੇ, ਤਾਂ ਕਿ ਜੇ ਜ਼ਮੀਨ ਅੱਜ ਖਰੀਦੀ ਹੈ ਵਿਦਿਨ 10 ਡੇਜ਼ ਸਾਰਾ ਕੁਝ ਉਹਨੂੰ ਮਿਲ ਕੇ, ਸਾਰਾ ਕੁਝ ਉਹਨੂੰ NOCs ਮਿਲ ਜਾਣ। 10ਵੇਂ 11ਵੇਂ ਦਿਨ ਨੂੰ ਆਪਣਾ ਭੂਮੀ ਪੂਜਨ ਵਗੈਰਾ ਕਰਾ ਕੇ, ਪੂਜਾ ਪਾਠ ਜੋ ਵੀ ਉਹਨਾਂ ਦਾ, ਉਹ ਆਪਣੀ ਪਹਿਲੀ ਇੱਟ ਲਾ ਸਕਣ, ਨਾ ਕਿ ਸਾਲ ਉਹ ਸਿਰਫ ਜਿਹੜੀ ਹੈ ਪਰਮਿਸ਼ਨਾਂ ਵਾਸਤੇ ਧੱਕੇ ਖਾਂਦੇ ਰਹਿਣ, ਜਿੱਥੋਂ ਕਿ ਫਿਰ ਕਰਪਸ਼ਨ ਪੈਦਾ ਹੁੰਦੀ ਹੈ। ਅਸੀਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਕਦੇ ਨਹੀਂ ਕਹਿੰਦੇ ਖਜ਼ਾਨਾ ਖਾਲੀ ਹੈ। ਅਸੀਂ ਲੀਕੇਜ ਬੰਦ ਕਰ ਰਹੇ ਹਾਂ। 9000 ਏਕੜ ਜ਼ਮੀਨ ਜਿਹੜੀ ਹੈ ਫੋਰੈਸਟ ਦੀ ਤੇ ਪੰਚਾਇਤਾਂ ਦੀ ਛਡਾ ਲਈ। 9000 ਏਕੜ ਪਹਿਲਾਂ ਉਹਨਾਂ ਕੋਲੇ ਸੀਗੀ, ਹੁਣ ਉਹਦੀ ਆਮਦਨ ਇੱਥੇ ਆਊਗੀ। ਤੇ ਮਾਫੀਆ ਜਿੰਨੇ ਵੀ ਸੀ, ਹੁਣ ਇਸ ਵਕਤ ਪੰਜਾਬ ਰੋਡਵੇਜ਼ ਜਿਹੜੀ ਹੈ ਤੇ PRTC ਵਗੈਰਾ, ਇਹ ਸਾਰੀਆਂ ਫਾਇਦੇ 'ਚ ਕਿਵੇਂ ਆ ਗਈਆਂ ਅਚਾਨਕ? ਇਹ ਕਿਉਂਕਿ ਪਹਿਲਾਂ ਇੱਕ ਉਹਦੇ ਮੂਹਰੇ ਲੱਗੀ ਹੁੰਦੀ ਸੀ ਵੱਡੇ ਸ਼ੀਸ਼ਿਆਂ ਵਾਲੀ, ਇੱਕ ਉਹਦੇ ਮਗਰ, ਉਹਨੂੰ ਤਾਂ ਬਰਗਰ ਦੀ ਟਿੱਕੀ ਬਣਾ ਲੈਂਦੇ ਸੀ, ਠੀਕ ਹੈ ਨਾ। ਹੁਣ ਅਸੀਂ ਟਾਈਮ ਟੇਬਲ ਜਿਹੜੇ ਨਵੇਂ ਕਰਤੇ, ਕਿਸੇ ਇੱਕ ਪਰਿਵਾਰ ਦੀਆਂ ਬੱਸਾਂ ਨੂੰ ਕੋਈ ਐ ਨਹੀਂ ਹੈਗਾ ਕਿ ਅਸੀਂ ਉਹਨੂੰ, ਹਾਂ ਉਹ ਪਰਮਿਸ਼ਨ ਲੈ ਕੇ ਉਹਨਾਂ ਨੇ 32 ਕਿਲੋਮੀਟਰ ਕਰਕੇ 32 ਕਿਲੋਮੀਟਰ ਐਕਸਟੈਂਸ਼ਨ ਹੋ ਸਕਦੀ ਹੈ, 32 ਕਰਕੇ 200-300 ਤੇ ਲੈ ਗਏ ਜੀ। ਆਮ ਮਿੰਨੀ ਬੱਸਾਂ, ਜਿਹੜੀ ਕੋਈ ਆਮ ਬੰਦੇ ਕੋਲੇ ਮਿੰਨੀ ਬੱਸ ਹੈ, ਉਹਦਾ ਰੂਟ ਕੀ ਹੁੰਦਾ? ਧੂਰੀ ਤੋਂ ਬੁੱਗਰਾਂ। ਉਹਦਾ ਰੂਟ ਕੀ ਹੁੰਦਾ? ਮੁੱਲਾਂਪੁਰ ਤੋਂ ਹਲਵਾਰਾ। ਤੇ ਜਿਹੜੀਆਂ ਵੱਡੇ ਸ਼ੀਸ਼ੇ ਵਾਲੇ ਨੇ, ਉਹਦਾ ਰੂਟ ਕੀ ਹੁੰਦਾ? ਅਬੋਹਰ ਤੋਂ ਪਠਾਨਕੋਟ। ਸਾਰਾ ਪੰਜਾਬ ਵਿੱਚ ਦੀ ਲੰਘ ਗਿਆ ਜੀ। ਅੰਮ੍ਰਿਤਸਰ ਤੋਂ ਜੈਪੁਰ, ਮਤਲਬ ਛੋਟੇ ਰੂਟ ਹੈ ਹੀ ਨਹੀਂ ਕੋਈ। ਜੇ ਵਿੱਚ ਦੀ ਕੋਈ ਹੈਗਾ ਗਰੀਬ, ਉਹ ਤਾਂ ਖੋਲ ਲੈਂਦੇ ਸੀਗੇ। ਅਸੀਂ ਰਿਵਾਈਵ ਕਰਾਂਗੇ। ਸਾਡੇ ਜਿਹੜੇ ਸੋਰਸਿਸ ਨੇ, ਰੇਤੇ ਤੋਂ ਸਾਨੂੰ ਬਹੁਤ ਪੈਸਾ ਆਊਗਾ। ਹੁਣ ਰੇਤੇ ਦਾ ਮਾਫੀਆ ਖਤਮ ਕੀਤਾ। ਸੋ
ਜਿਸ ਤਰੀਕੇ ਦਾ ਇਹ ਕਹਿੰਦੇ ਰਹੇ ਨੇ ਖਜ਼ਾਨਾ ਖਾਲੀ ਖਜ਼ਾਨਾ, ਮੈਨੂੰ ਇਹ ਦੱਸ ਦੇਣ 5 ਸਾਲਾਂ 'ਚ ਕੋਈ ਸਰਕਾਰੀ ਸਕੂਲ ਬਣਾਇਆ, 5 ਸਾਲਾਂ 'ਚ ਕੋਈ ਸਰਕਾਰੀ ਕਾਲਜ ਖੋਲ੍ਹਿਆ, 5 ਸਾਲਾਂ 'ਚ ਕੋਈ ਨੌਕਰੀ ਦਿੱਤੀ? ਅਸੀਂ ਹੁਣ ਤੱਕ 10 ਮਹੀਨਿਆਂ 'ਚ 26,074 ਨੌਕਰੀਆਂ ਦਿੱਤੀਆਂ, ਨਿਯੁਕਤੀ ਪੱਤਰ ਦਿੱਤੇ ਜੀ, ਤੇ ਪੱਕੇ ਕਰ ਰਹੇ ਹਾਂ ਅਸੀਂ ਮੁਲਾਜ਼ਮਾਂ ਨੂੰ। ਬਿਜਲੀ ਫ੍ਰੀ ਕਰਤੀ ਅਸੀਂ, 500 ਆਮ ਆਦਮੀ ਕਲੀਨਿਕ ਹੋ ਗਏ ਜਿਹੜੇ ਜਿਨ੍ਹਾਂ ਤੋਂ ਲੋਕ ਲੱਖਾਂ ਦੀ ਗਿਣਤੀ 'ਚ ਲੋਕ ਫਾਇਦਾ ਲੈ ਰਹੇ ਨੇ। ਅਸੀਂ ਵੀ ਤਾਂ ਕਿਤੋਂ ਪੈਸੇ ਦਿੱਤੇ ਨੇ, ਇੱਥੇ ਹੈਗੇ ਨੇ ਪੈਸੇ, ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸੋ ਇਹ ਜਿਨ੍ਹਾਂ ਨੇ ਜਿਹੜੇ ਕਹਿੰਦੇ ਸੀ ਖਜ਼ਾਨਾ ਖਾਲੀ, ਉਹ ਖਾਲੀ ਖਜ਼ਾਨਾ ਲੈ ਕੇ ਕਿਸੇ ਹੋਰ ਪਾਰਟੀ ਚਲੇ ਗਏ, ਉੱਥੇ ਜਾ ਕੇ ਪਤਾ ਨਹੀਂ ਕਿਵੇਂ ਭਰਨਗੇ। ਹੁਣ ਦੇਖੋ ਇੰਟਰਨੈਸ਼ਨਲ ਮੁੱਦਾ, ਜੇ ਹਾਲਾਤ ਪੰਜਾਬ ਦੇ ਨਾਲ ਉਹਨਾਂ ਦੇ ਇਦਾਂ ਦੇ ਨੇ ਕਿ ਹਰ ਰੋਜ਼ ਡਰੋਨ ਭੇਜਦੇ ਨੇ, ਤੁਸੀਂ ਵਪਾਰ ਦੀ ਗੱਲ ਕਰਦੇ ਹੋ, ਉਹ ਕਿਹੜਾ ਉਹ ਜ਼ਹਿਰ ਦਾ ਵਪਾਰ ਕਰ ਰਹੇ ਆ ਸਾਡੇ ਨਾਲ। ਹਰ ਰੋਜ਼ ਡਰੋਨ, ਹਰ ਰੋਜ਼ ਪਿਸਤੌਲ, ਹਰ ਰੋਜ਼ ਡਰੱਗ, ਤੇ ਉਹਨਾਂ ਨਾਲ ਅਸੀਂ ਫਿਰ ਵਪਾਰ ਖੋਲ ਕੇ ਕੀ ਕਰਾਂਗੇ? ਪਾਕਿਸਤਾਨ ਦੀ ਇਕਨੋਮੀ ਤਾਂ ਵੈਸੇ ਵੀ ਤੁਹਾਨੂੰ ਹਾਲਤ ਉੱਥੇ ਪਤਾ ਕੀ ਹਾਲਤ ਹੋਗੀ। ਅੱਜ ਸੁਨੀਲ ਜਾਖੜ ਸਾਹਿਬ ਨੇ ਕਿਹਾ, ਕਹਿੰਦਾ ਉਹਨਾਂ ਦੀ ਮਦਦ ਕਰੋ, ਠੀਕ ਹੈ ਨਾ। ਸੋ ਜਾਖੜ ਸਾਹਿਬ ਕਿਉਂਕਿ ਨਾਲ ਲੱਗਦੇ ਆ ਬੋਰ ਤੋਂ ਪਰਲੇ ਪਾਸੇ, ਉਹਨਾਂ ਕੋਲ ਤੁਸੀਂ ਕਿੰਨੂੰ ਭੇਜ ਲਓ, ਉੱਥੋਂ ਭੇਜ ਜਾਂਦੇ ਨੇ। ਸੋ ਇਸ ਕਰਕੇ ਜਿਹੜੇ ਕੰਟਰੀ ਨਾਲ ਸਾਡੇ ਸੰਬੰਧ ਹੀ ਠੀਕ ਨਹੀਂ ਹੈਗੇ, ਜਿਹੜਾ ਕੰਟਰੀ ਸਾਨੂੰ ਹਰ ਰੋਜ਼ ਮਾਰਨ ਵਾਸਤੇ, ਸਾਡੇ ਨੌਜਵਾਨ ਨੂੰ ਮਾਰਨ ਵਾਸਤੇ ਜ਼ਹਿਰ ਭੇਜ ਰਿਹਾ, ਸਲੋ ਪੋਇਜ਼ਨਿੰਗ ਭੇਜ ਰਿਹਾ, ਅਸੀਂ ਉਹਨਾਂ ਨਾਲ ਵਪਾਰ ਕਰਕੇ ਕੀ ਕਰਾਂਗੇ? ਸਾਡੇ ਕੋਲੇ ਹੋਰ ਬਹੁਤ ਕੁਛ ਹੈ, ਪੂਰੀ ਦੁਨੀਆ ਖੁੱਲੀ ਹੈ ਪੰਜਾਬ ਲਈ, ਅਸੀਂ ਉਹਨਾਂ ਨਾਲ ਐਗਰੀਮੈਂਟ ਕਰਾਂਗੇ ਤੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ। ਸਟ੍ਰਿਕਟਲੀ ਅਸੀਂ ਬਹੁਤ ਸਖਤਾਈ ਨਾਲ ਅਸੀਂ ਉਹਨਾਂ ਨੂੰ ਆਲਰੇਡੀ ਕਹਿਤਾ, ਤੁਸੀਂ ਆਓ, ਵੈਲਕਮ ਹੈ, ਧਰਤੀ ਸਾਡੀ ਵਫਾਦਾਰ ਹੈ, ਜਿਹੜਾ ਵੀ ਇੱਥੇ ਕੰਮ ਕਰਨ ਲਈ ਆਉਂਦਾ ਹੈ, ਗੁਰੂਆਂ ਪੀਰਾਂ ਸ਼ਹੀਦਾਂ ਦਾ ਆਸ਼ੀਰਵਾਦ ਹੈ, ਉਹ ਘਾਟੇ 'ਚ ਨਹੀਂ ਜਾਂਦਾ। ਪਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਾਡੇ ਗੁਰੂਆਂ ਦੇ ਜਿਹੜੇ 500 ਸਾਲ ਪਹਿਲਾਂ 600 ਸਾਲ ਪਹਿਲਾਂ ਦੇ ਲਿਖੇ ਹੋਏ ਜਿਹੜੇ ਵਾਕ ਨੇ, ਉਹ ਵੀ ਤੁਹਾਨੂੰ ਉਹਨਾਂ ਤੇ ਤੁਹਾਨੂੰ ਪਹਿਰਾ ਦੇਣਾ ਪਊਗਾ। ਸਾਡੀ ਹਵਾ, ਸਾਡਾ ਪਾਣੀ ਤੇ ਸਾਡੀ ਧਰਤੀ ਨੂੰ ਜੇ ਕੋਈ ਪੋਲਿਊਟ ਕਰੂਗਾ, ਫਿਰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ। ਸਾਨੂੰ ਇੰਡਸਟਰੀ ਬਹੁਤ ਪਿਆਰੀ ਹੈ, ਪਰ ਉਹਦੇ ਨਾਲੋਂ ਪਿਆਰੀ ਸਾਡੀ ਆਬੋ ਹਵਾ ਹੈ, ਕਿਉਂਕਿ ਅਸੀਂ ਉਹਨਾਂ ਨੂੰ ਮਾਹੌਲ ਦੇ ਰਹੇ ਹਾਂ, ਅਸੀਂ ਉਹਨਾਂ ਨੂੰ ਜੋ ਵੀ ਇਨਸੈਂਟਿਵ ਉਹਨਾਂ ਨੂੰ ਦੇ ਸਕਦੇ ਦੇ ਰਹੇ ਹਾਂ। ਅਸੀਂ ਆਪਣੀ ਇੰਡਸਟਰੀਅਲ ਪਾਲਿਸੀ ਜਾਰੀ ਕਰਤੀ, 90% ਉਹਦੇ ਵਿੱਚ ਸੁਜੈਸ਼ਨ ਜਿਹੜੇ ਨੇ ਉਹ ਇੰਡਸਟਰੀਅਲਿਸਟਾਂ ਦੇ ਨੇ। ਅਸੀਂ ਈਵੀ ਪਾਲਿਸੀ ਅਲੱਗ ਕਰਤੀ, ਇਲੈਕਟ੍ਰਿਕ ਵਹੀਕਲਾਂ ਦੀ, ਉਹ ਈਵੀ ਦੀਆਂ ਕੰਪਨੀਆਂ ਵੀ ਬਹੁਤ ਸਾਰੀਆਂ ਆ ਰਹੀਆਂ ਨੇ, ਜਿਹੜੀ ਅੱਜ ਕੱਲ੍ਹ ਜ਼ਮਾਨਾ ਅੱਗੇ ਵਧ ਰਿਹਾ। ਸੋ ਇਸ ਕਰਕੇ ਪੰਜਾਬ ਦੇ ਵਿੱਚ ਸਪੈਸ਼ਲੀ ਇੰਡਸਟਰੀ ਜਿਹੜੀ ਹੈ, ਜੇ ਉਹ ਪੋਲੂਟ ਕਰੂਗੀ ਕਿਸੇ ਵੀ, ਚਾਹੇ ਪਾਣੀ ਥੱਲੇ ਡੰਪ ਕਰਕੇ, ਚਾਹੇ ਧਰਤੀ ਤੇ ਕੋਈ ਉਹ ਪਾਣੀ ਨੂੰ ਇੱਧਰ ਉੱਧਰ ਕਰਕੇ, ਜਾਂ ਹਵਾ ਦੇ ਵਿੱਚ ਕੋਈ ਧੂਆਂ ਜਾਂ ਕੋਈ ਜ਼ਹਿਰ ਫੈਲਾ ਕੇ, ਉਹ ਨਹੀਂ ਅਲਾਉ ਕਰਾਂਗੇ ਅਸੀਂ। ਉਹਦੇ ਨਾਲ ਤਾਂ ਵੈਸੇ ਹੀ ਚੰਗੇ ਆ, ਪਰ ਸਾਰੀ ਇੰਡਸਟਰੀ ਸਾਨੂੰ ਇਹ ਹੈ, ਅਸੀਂ ਬਿਲਕੁਲ ਵੀ ਅਸੀਂ ਜਿਹੜੀ ਹੈ ਜ਼ੀਰੋ ਲਿਕੁਇਡਿਟੀ ਵਾਲੀ ਤੁਹਾਨੂੰ ਅਸੀਂ ਮਾਹੌਲ ਅਸੀਂ ਦੇਵਾਂਗੇ, ਪਰ ਸਾਨੂੰ ਮਾਹੌਲ ਦੇ ਦਿਓ। ਮੇਰੇ ਕੋਲ ਇੱਕ ਬਹੁਤ ਵਧੀਆ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ। ਇੱਕ ਇੰਡਸਟਰੀਲਿਸਟ ਆਏ 10 ਦਿਨ ਪਹਿਲਾਂ, ਵੱਡੇ ਇੰਡਸਟਰੀਲਿਸਟ, ਉਹ ਕਹਿੰਦੇ ਜੀ ਮੈਂ ਪਹਿਲਾਂ 2 ਵਾਰੀ ਆਇਆ ਦੋਨੇ ਸਰਕਾਰਾਂ 'ਚ, ਮੈਂ 2000 ਕਰੋੜ ਇਨਵੈਸਟ ਕਰਨਾ ਚਾਹੁੰਦਾ। ਇੰਡਸਟਰੀ ਮਿਨਿਸਟਰ ਮੇਰੇ ਨਾਲ ਬੈਠੇ ਨੇ, ਅਨਮੋਲ ਗਗਨ ਮਾਨ ਜੀ, ਨਾਲ ਹੀ ਇਹ ਆਏ ਸੀ ਮੇਰੇ, ਤੇ ਕਹਿੰਦੇ ਜੀ 2 ਵਾਰੀ ਆਏ, ਸਰਕਾਰ ਨੇ ਸਪੋਰਟ ਨਹੀਂ ਕੀਤੀ, ਜ਼ਮੀਨ ਅਸੀਂ ਆਪ ਖਰੀਦਾਂਗੇ, ਇੰਨੇ ਅਸੀਂ ਜਿਹੜੇ ਰੋਜ਼ਗਾਰ ਪੈਦਾ ਕਰਾਂਗੇ। ਮੈਂ ਕਿਹਾ ਕੋਈ ਗੱਲ ਨਹੀਂ ਜੀ, ਬਸ ਜੀ ਸਪੋਰਟ ਮਿਲ ਜੇ ਸਰਕਾਰ ਦੀ, ਫਿਰ ਕੋਈ ਪ੍ਰੋਬਲਮ ਨਹੀਂ। ਮੈਂ ਕਿਹਾ ਮਿਲ ਜੂਗੀ ਜੀ, ਬਸ ਇਹ ਤੋਂ ਵਧੀਆ ਹੋਰ ਕੁਝ ਨਹੀਂ ਜੀ, ਬਸ ਸਾਨੂੰ ਸਪੋਰਟ ਦੇ ਦਿਓ ਜੀ ਸਰਕਾਰ ਦੀ। ਥੋੜਾ ਸਪੋਰਟ ਤੇ ਬਹੁਤ ਜ਼ਿਆਦਾ ਸਟ੍ਰੈਸ ਦੇ ਰਹੇ ਸੀ। ਮੈਂ ਕਿਹਾ ਚਲੋ ਸਪੋਰਟ ਕੀ ਮੰਗਣਗੇ, ਵੱਧ ਤੋਂ ਵੱਧ ਕਹਿ ਦੇਣਗੇ ਸਾਨੂੰ ਥੋੜਾ ਪਾਵਰ ਟੈਰਿਫ ਜਿਹੜਾ ਉਹਦੇ 'ਚ ਥੋੜਾ ਜਿਹਾ ਛੋਟ ਦੇ ਦਿਓ ਜੀ, ਜਾਂ ਕੋਈ NOC ਜਾਂ ਕੋਈ ਹੋਰ ਜਿਹੜਾ CLU 'ਚ ਮੰਗ ਲੈਣਗੇ ਕਿ ਛੇਤੀ ਦੇ ਦਿਓ, ਇੱਦਾਂ ਦੀ ਸਪੋਰਟ ਹੁੰਦੀ ਹੈ। ਮੈਂ ਕਿਹਾ ਜੀ ਵਟ ਕਾਈਂਡ ਆਫ ਸਪੋਰਟ ਯੂ ਨੀਡ? ਉਹ ਕਹਿੰਦਾ ਜੀ ਬਸ ਸਰਕਾਰ ਵੱਲੋਂ ਇਹੀ ਸਪੋਰਟ ਚਾਹੀਦੀ ਹੈ, ਤੰਗ ਨਾ ਕਰਿਓ ਜੀ। ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਹੁੰਦੀਆਂ ਨੇ, ਪਹਿਲਾਂ ਤੰਗ ਕਰਦੇ ਰਹੇ ਨੇ। ਪਹਿਲਾਂ ਸਰਕਾਰਾਂ ਦੀ ਸਪੋਰਟ ਸਿਰਫ ਇਸ ਕਰਕੇ ਲਈ, ਤੰਗ ਨਾ ਕਰਿਓ ਸਾਨੂੰ, ਤੇ ਫਿਰ ਆਪਦੇ ਵਾਲਿਆਂ ਨੂੰ ਲਵਾ ਦਿੰਦੇ ਸੀ, ਦੂਜਿਆਂ ਨੂੰ ਤੰਗ ਕਰਦੇ ਸੀ। ਇਸੇ ਕਰਕੇ ਫਿਰ ਓਵਰਬ੍ਰਿਜ ਕਈ ਵਾਰੀ ਇਹੋ ਜਿਹੀ ਜਗ੍ਹਾ ਤੇ ਵੀ ਬਣੇ ਨੇ ਜਿੱਥੇ ਲੋੜ ਨਹੀਂ ਸੀ, ਕਿਉਂਕਿ ਉਹ ਬਿਜ਼ਨਸ ਇਹੋ ਜਿਹਾ ਸੀ ਉਹਨਾਂ ਦਾ ਕਿ ਉਹ ਨਹੀਂ ਦਿੰਦੇ ਸੀ ਉਹਨਾਂ ਨੂੰ, ਉਹ ਉੱਥੋਂ ਦੀ ਓਵਰਬ੍ਰਿਜ ਲੰਘ ਜਾਂਦਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਕੇਂਦਰ ਦੀ BJP ਸਰਕਾਰ ਅਤੇ ਅਡਾਨੀ ਵਿਚਾਲੇ ਆਪਸੀ ਰਲੇਵੇਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ ਨੇ। ਚੰਡੀਗੜ੍ਹ ਵਿਖੇ ਇਨਵੈਸਟ ਪੰਜਾਬ ਸੰਬੰਧੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ
ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਪਹੁੰਚੇ, ਜਿੱਥੇ ਉਹਨਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਇੰਜੀਨੀਅਰਸ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਸੂਬੇ ਨਾਲ ਮਤਰੇਈ ਮਾਂ ਵਰਗਾ ਸਲੂਕ ਅਪਣਾਉਣ ਲਈ ਕੇਂਦਰ ਸਰਕਾਰ ਉੱਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਜੇਕਰ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਅਨਾਜ ਦੀ ਢੋਆ ਢੁਆਈ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ ਤਾਂ ਫਿਰ ਪੰਜਾਬ ਦੇ ਵਿੱਚ ਕੋਲਾ ਲਿਆਉਣ ਲਈ ਰੇਲ ਗੱਡੀਆਂ ਕਿਉਂ ਨਹੀਂ ਚਲਾਈਆਂ ਜਾ ਸਕਦੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਜੀਬੋ-ਗਰੀਬ ਗੱਲ ਹੈ ਕਿ ਸੂਬੇ ਨੂੰ ਅਲਾਟ ਹੋਈ ਕੋਲੇ ਦੀ ਖਾਣ ਤੋਂ ਕੋਲਾ ਪਹਿਲਾਂ ਬੰਦਰਗਾਹਾਂ ਨੂੰ ਲਿਜਾਣਾ ਪਏਗਾ, ਫਿਰ ਉਸ ਤੋਂ ਬਾਅਦ ਸਮੁੰਦਰੀ ਰਸਤੇ ਰਾਹੀਂ ਪੂਰੇ ਮੁਲਕ ਤੇ ਉਧਰੋਂ ਦੀ ਘੁੰਮ ਕੇ ਆਉਣਾ ਪਏਗਾ। ਇਸ ਤੋਂ ਬਾਅਦ ਬੰਦਰਗਾਹ ਤੋਂ ਰੇਲ ਗੱਡੀਆਂ ਰਾਹੀਂ ਸੂਬੇ ਦੇ ਵਿੱਚ ਪਹੁੰਚੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਪੂਰੀ ਤਰ੍ਹਾਂ ਅਨੁਚਿਤ ਹੈ ਕਿਉਂਕਿ ਸੂਬੇ ਨੂੰ ਰੇਲ ਸੇਵਾ ਰਾਹੀਂ ਕੋਲ ਦੀ ਸਿੱਧੀ ਸਪਲਾਈ ਕੀਤੀ ਜਾ ਸਕਦੀ ਹੈ। ਇਸ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਹੋਰ ਕੀ ਕੁਝ ਕਿਹਾ, ਆਓ ਸੁਣ ਲੈਂਦੇ ਹਾਂ। ਅਸੀਂ ਸਾਰੇ ਸਰਕਾਰੀ ਜਿਹੜੇ ਅਦਾਰੇ ਨੇ, ਜਿੰਨੇ ਵੀ ਤਹਿਸੀਲ ਕੰਪਲੈਕਸ, ਡੀਸੀ ਕੰਪਲੈਕਸ, ਐਸਡੀਐਮ, ਥਾਣੇ, ਉਹਨਾਂ ਦੇ ਉੱਪਰ ਵੀ ਜਿਹੜੇ ਸੋਲਰ ਪਲਾਂਟ ਲੱਗਣਗੇ ਉੱਪਰ ਛੱਤਾਂ ਤੇ ਨਾਲ ਉਹਨਾਂ ਨੂੰ ਇਹ ਵੀ ਕਹਿਤਾ ਕਿ ਤੁਸੀਂ ਸਾਰੇ ਪਹਿਲਾਂ ਆਪਦੇ ਬਿਜਲੀ ਦੇ ਬਿੱਲ ਭਰੋ, ਜਿੰਨੇ ਉਹਨਾਂ ਵੱਲ ਬਕਾਇਆ ਨੇ ਉਹ ਵੀ ਤੁਹਾਡੇ ਕੋਲੇ ਆਉਣਗੇ, ਪਲੱਸ ਉਹਨਾਂ ਨੂੰ ਜਿਹੜੇ ਮੀਟਰ ਨੇ ਰੀਚਾਰਜ ਵਾਲੇ ਉਹ ਸਰਕਾਰੀ ਅਦਾਰਿਆਂ ਤੇ ਅਸੀਂ ਸਾਰਿਆਂ ਤੇ ਅਸੀਂ ਉਹ ਰੀਚਾਰਜਿੰਗ ਮੀਟਰ ਲਾਵਾਂਗੇ ਤਾਂ ਕਿ ਘੱਟੋ ਘੱਟ ਸਰਕਾਰੀ ਬਿਜਲੀ ਨੂੰ ਸਰਕਾਰ ਯੂਜ਼ ਕਰਦੀ ਹੈ ਉਹਦੇ ਪੈਸੇ ਤਾਂ ਪਹਿਲਾਂ ਮਿਲਣੇ ਚਾਹੀਦੇ। ਬਾਕੀ ਸਮਾਜਿਕ ਚੇਤਨਾ ਪੈਦਾ ਕਰਕੇ ਲੋਕ ਵੀ ਤਿਆਰ ਨੇ, ਲੋਕ ਮਨਾ ਨਹੀਂ ਕਰਦੇ, ਪੰਜਾਬ ਦੇ ਲੋਕ ਬਹੁਤ ਦਰਿਆ ਦਿਲ ਨੇ। ਸੋ ਬਾਕੀ ਜਿਹੜੀਆਂ BBMB ਦੀ ਗੱਲ ਕੀਤੀ ਹੈ, ਆਲਰੇਡੀ ਸਾਡੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਸਾਡੀ ਗੱਲ ਹੋ ਚੁੱਕੀ ਹੈ ਬਿਜਲੀ ਮੰਤਰੀ ਸਾਹਿਬ ਨਾਲ। ਉਹਨਾਂ ਨੇ ਕਿਹਾ BBMB 'ਚ ਦੇਖੋ ਪਾਵਰ ਦਾ ਜਿਹੜਾ ਉਹ BBMB ਦੇ ਵਿੱਚ ਆਪਣੇ ਕੋਲੇ ਆ ਤੇ ਇਰੀਗੇਸ਼ਨ ਦਾ ਉਹ ਹਰਿਆਣਾ ਕੋਲ। ਸੋ ਪਾਵਰ ਵਾਲਾ ਜਿਹੜਾ ਸਾਡਾ ਜਿਹੜਾ ਅਧਿਕਾਰੀ ਹੈ ਅਸੀਂ ਟੈਂਪਰੇਰੀ ਤੌਰ ਤੇ ਲਾ ਲਿਆ, ਪਰ ਉਹਨੂੰ ਅਸੀਂ ਪੱਕੀ ਮਿਆਦ ਦੇ ਨਾਲ ਅਸੀਂ ਉਹ ਲਾਵਾਂਗੇ। ਨੰਬਰ 3 ਤੇ ਜਿਹੜਾ ਸਭ ਤੋਂ ਵੱਡੀ ਗੱਲ ਕੀਤੀ ਹੈ, ਜਿਹੜਾ ਅਮੈਂਡਮੈਂਟ ਆ ਰਹੀ ਹੈ 2020 ਬਿਜਲੀ ਬੋਰਡ ਦੀ, ਉਹ ਬਿਲਕੁਲ ਸਹੀ ਗੱਲ ਕਹੀ ਹੈ ਕਿ ਉਹ ਹੌਲੀ ਹੌਲੀ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੀਆਂ ਤਿਆਰੀਆਂ। ਖੰਭੇ ਆਪਾਂ ਗੱਡੇ, ਜ਼ੋਰ ਲਗਾ ਕੇ ਹਾਈਸ਼ਾ ਕਹਿ ਕੇ ਟਰਾਂਸਫਾਰਮਰ ਆਪਾਂ ਚਾੜੇ ਚੈਨ ਕੁੱਪੀਆਂ ਨਾਲ, ਤੇ ਆਊਗਾ ਕੋਈ ਹੋਰ, ਜਿਵੇਂ ਪਹਿਲਾਂ ਖੰਭੇ ਲਾਉਂਦੀ ਰਹੇਗੀ BSNL, ਆ ਗਿਆ Jio, ਟਾਵਰ ਲਾਉਂਦੇ ਉਹ ਰਹਿ ਗਏ, ਐਕਸਚੇਂਜਾਂ ਬਣਾਉਂਦੇ ਉਹ ਰਹਿ ਗਏ, ਫਾਇਦਾ ਕਿਸੇ ਹੋਰ ਨੂੰ ਲੈ ਦੇਤਾ। ਇਹ ਨਹੀਂ ਹੋਣ ਦਿੱਤਾ ਜਾਊਗਾ। ਆਮ ਆਦਮੀ ਪਾਰਟੀ ਨੇ ਡਟ ਕੇ ਵਿਰੋਧ ਕੀਤਾ ਸੀ ਬਿਜਲੀ ਅਮੈਂਡਮੈਂਟ ਬਿੱਲ ਦਾ। ਇਹ ਇਸ ਤੋਂ ਪਹਿਲਾਂ ਵੀ ਲਿਆਉਣਾ ਚਾਹੁੰਦੇ ਸੀਗੇ, ਜਦੋਂ ਮੈਂ ਉੱਥੇ MP ਸੀ ਉਦੋਂ ਵੀ ਵਿਰੋਧ ਕੀਤਾ ਸੀ। ਉਹ ਬਿੱਲ ਜਿਹੜਾ ਸਟੈਂਡਿੰਗ ਕਮੇਟੀ 'ਚ ਹੈ, ਸਟੈਂਡਿੰਗ ਕਮੇਟੀ 'ਚ ਜਿਹੜਾ ਬਿੱਲ ਹੈ, ਉੱਥੇ ਸਟੈਂਡਿੰਗ ਕਮੇਟੀ ਜਿਹੜੀ ਹੁੰਦੀ ਹੈ ਉੱਥੇ ਸਿਵਲ ਜਿਹੜੇ ਨੇ ਲੋਕ ਉਹਨਾਂ ਨੂੰ ਵੀ ਬੁਲਾਇਆ ਜਾਂਦਾ, NGO ਨੂੰ ਵੀ ਬੁਲਾਇਆ ਜਾਂਦਾ। ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਬਾਹਰੋਂ ਆ ਕੇ ਜੇ ਕੋਈ ਸਟੈਂਡਿੰਗ ਕਮੇਟੀ ਦੇ ਅੱਗੇ ਕਹਿ ਦੂਗਾ ਕਿ ਹਾਂਜੀ ਇਹ ਲਾਗੂ ਕਰ ਦਿਓ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਰਾਜਾਂ ਦਾ ਅਧਿਕਾਰ ਹੈ। ਸੋ ਅਸੀਂ ਰਾਜਾਂ ਦੇ ਅਧਿਕਾਰਾਂ ਤੇ ਡਾਕੇ ਨਹੀਂ ਵੱਜਣ ਦੇਵਾਂਗੇ। ਬਿਜਲੀ ਦਾ ਜਿਹੜਾ ਅਮੈਂਡਮੈਂਟ 2020 ਹੈ ਉਹ ਕਿਸੇ ਹਾਲਤ 'ਚ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ। ਜਦੋਂ ਅਸੀਂ ਆਪੇ ਇੰਨੇ ਕਾਬਿਲ ਹੈਗੇ ਹਾਂ ਕਿ ਅਸੀਂ ਚਲਾ ਰਹੇ ਹਾਂ ਬਿਜਲੀ ਬੋਰਡ ਨੂੰ, ਅਸੀਂ ਚਲਾ ਰਹੇ ਹਾਂ ਪਾਵਰ ਕਾਰਪੋਰੇਸ਼ਨਾਂ ਨੂੰ, ਤਾਂ ਫਿਰ ਉਹ ਵਿੱਚ ਪਤਾ ਨਹੀਂ ਕਿਉਂ ਵੜਦੇ ਨੇ। ਉਹ ਦੇਖਦੇ ਨੇ ਫਾਇਦਾ ਕਿੱਥੇ ਹੈ। ਹੁਣ ਤੁਸੀਂ ਦੇਖੋ ਉੜੀਸਾ ਤੋਂ ਕਹਿੰਦੇ ਜੇ ਕੋਲਾ ਲੈ ਕੇ ਆਉਣਾ ਹੈ, ਸਿੱਧਾ ਰੇਲਵੇ 'ਚ ਨਹੀਂ ਆਉਣਾ, ਪਹਿਲਾਂ ਉਹਨੂੰ ਤੁਸੀਂ ਪ੍ਰਦੀਪਪੁਰੀ ਬੰਦਰਗਾਹ ਤੇ ਲੈ ਕੇ ਜਾਓ, ਇੱਕ ਵਾਰੀ ਭਰੋ ਉੱਥੋਂ ਕੋਲੇ ਦੀ ਜਿਹੜੀ ਮਾਈਨ ਹੈ, ਉੱਥੋਂ ਫਿਰ ਬੰਦਰਗਾਹ ਤੇ ਲੈ ਕੇ ਜਾਓ, ਬੰਦਰਗਾਹ ਤੋਂ ਸਮੁੰਦਰੀ ਜਹਾਜ਼ ਚਲਾਓ। ਸਮੁੰਦਰੀ ਜਹਾਜ਼ ਸ਼੍ਰੀਲੰਕਾ ਦੇ ਉੱਪਰ ਦੀ ਆਊਗਾ ਜੀ, ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਮੁੰਦਰਾ ਉਤਾਰੋ ਜੀ, ਮੁੰਦਰਾ ਉਤਾਰ ਕੇ ਫਿਰ ਟ੍ਰੇਨਾਂ 'ਚ ਭਰੋ ਜੀ, ਫਿਰ ਪੰਜਾਬ ਲੈ ਜਾਓ। ਇਹ ਕਿਸੇ ਵੀ ਪੱਖ ਤੋਂ ਮਤਲਬ ਕੋਈ ਗੱਲ ਬਣਦੀ ਹੈ ਕਿ ਜੇ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਬਾਇਆ ਸ਼੍ਰੀਲੰਕਾ ਆਉਣਾ ਪਵੇ। ਅੱਛਾ, ਉਸ ਬਿਜਲੀ ਉਸ ਕੋਲੇ ਨਾਲ ਅਸੀਂ ਕੀ ਕਰਦੇ ਹਾਂ? ਮੈਂ ਗੱਲ ਕਹਿਤੀ ਮਿਨਿਸਟਰ ਸਾਹਿਬ ਨੂੰ, ਮੈਂ ਕਿਹਾ ਜੀ ਉਸ ਕੋਲੇ ਨਾਲ ਅਸੀਂ ਕੀ ਕਰਦੇ ਹਾਂ? ਅਸੀਂ ਬਿਜਲੀ ਪੈਦਾ ਕਰਦੇ ਹਾਂ। ਔਰ ਬਿਜਲੀ ਨਾਲ ਅਸੀਂ ਕੀ ਕਰਦੇ ਹਾਂ? ਅਸੀਂ ਤੁਹਾਡਾ ਫੂਡ ਬੋਲ ਹਾਂ, ਅਸੀਂ ਤੁਹਾਨੂੰ ਚੌਲ ਪੈਦਾ ਕਰਕੇ ਦਿੰਦੇ ਹਾਂ, ਅਸੀਂ ਤੁਹਾਨੂੰ ਕਣਕ ਪੈਦਾ ਕਰਕੇ ਦਿੰਦੇ ਹਾਂ, ਅਸੀਂ ਤੁਹਾਨੂੰ
ਅਨਾਜ ਪੈਦਾ ਕਰਕੇ ਦਿੰਦੇ ਆ ਉਸ ਬਿਜਲੀ ਨਾਲ। ਤੇ ਜਦੋਂ ਤੁਸੀਂ ਝੋਨਾ ਲੈ ਕੇ ਜਾਣਾ ਹੁੰਦਾ ਉਦੋਂ ਸਪੈਸ਼ਲ ਲਾ ਦਿੰਦੇ ਹੋ, ਉਦੋਂ ਟ੍ਰੇਨਾਂ ਕਿੱਥੇ ਆ ਜਾਂਦੀਆਂ ਤੁਹਾਡੇ ਕੋਲੇ। ਫਿਰ ਤੁਸੀਂ ਐਂ ਕਰੋ, ਝੋਨਾ ਵੀ ਫਿਰ ਐਂ ਕਰੋ ਬਾਇਆ ਕਰਾਚੀ ਲਿਜਾ ਕੇ ਫਿਰ ਮੁੰਦਰਾ ਤੇ ਲੈ ਜਾਓ। ਕੋਈ ਤੁਕ ਹੀ ਨਹੀਂ ਬਣਦੀ ਜਨਾਬ। ਇਹ ਤੁਸੀਂ ਕਿਸੇ ਬੱਚੇ ਤੋਂ ਵੀ ਪੁੱਛ ਲਓ, ਵੀ ਕਹੂਗੇ ਕੌਣ, ਕਿਹਨੇ ਫੈਸਲਾ ਕੀਤਾ ਹੈ। ਕਾਰਨ ਉਹੀ ਜਿਹਦਾ ਰੌਲਾ ਪੈਂਦਾ। ਜੇ ਉਹਦੇ ਨਾਂ ਨੂੰ ਪੁੱਠੇ ਪਾਸੇ ਪੜ੍ਹ ਲਈ ਇੰਡੀਆ ਹੀ ਬਣਦਾ। ਇੱਕ ਅੱਧਾ ਆਈ ਦਾ ਫਰਕ ਹੈ ਬਸ। ਅੰਡਾਨੀ ਨੂੰ ਜੇ ਉਲਟਾ ਲਿਖ ਲਈ ਇੰਡੀਆ ਅੰਡਾਨੀ, ਅੰਡਾਨੀ ਇੰਡੀਆ। ਬਸ ਨਾਲ ਰੈਗੂਲਰ ਮੀਟਿੰਗਾਂ ਕਰਕੇ ਕਿ ਕਿੱਥੇ ਕਿੱਥੇ ਕਿਵੇਂ ਕਿਹੜੇ ਕਿਹੜੇ ਸੈਕਟਰ ਤੇ ਜਾਣਾ ਹੈ, ਸਾਰਾ ਕੁਝ ਸਾਡੇ ਕੋਲੇ ਉਹ ਜਿਹੜੀਆਂ ਡਿਟੇਲਾਂ ਲੈ ਲਈਆਂ ਨੇ। ਕਿਉਂਕਿ ਟਾਈਮ ਲੱਗ ਰਿਹਾ। ਇਹ ਇੱਕਦਮ ਖਤਮ ਹੋਣ ਵਾਲੀ ਬਿਮਾਰੀ ਨਹੀਂ, ਬਹੁਤ ਜੜ੍ਹਾਂ ਤੱਕ ਲੈ ਗਏ, ਡੂੰਘੇ ਜੜ੍ਹਾਂ ਵੜ ਗਏ। ਤੋ ਉੱਪਰੋਂ ਫਿਰ ਜੇ ਸਪਰੇਅ ਪੱਤਿਆਂ ਤੇ ਕਰੀ ਜਾਈਏ, ਸਿਉਂਕ ਜੜ੍ਹਾਂ 'ਚ ਲੱਗੀ ਹੋਵੇ, ਫਿਰ ਕੋਈ ਫਾਇਦਾ ਨਹੀਂ। ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ, ਉਹਦੇ ਵਾਸਤੇ ਕੀਮੋਥੈਰੇਪੀ ਚਾਹੀਦੀ ਹੈ। ਸੋ ਕੀਮੋਥੈਰੇਪੀ ਕਰਾਂਗੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾਂ ਮੈਡੀਕਲੀ ਠੀਕ ਕਰਾਂਗੇ, ਫਿਰ ਸਾਈਕੋਲੋਜੀਕਲੀ ਉਹਨਾਂ ਨੂੰ ਸਮਾਜ ਦੇ ਨਾਲ ਜੋੜਾਂਗੇ ਕਿ ਐ ਨਾ ਕਹੋ ਕਿ ਅਸੀਂ ਪਤਾ ਨਹੀਂ ਕੰਮ ਦੇ ਨਹੀਂ ਰਹੇ। ਉਹ ਤੋਂ ਬਾਅਦ ਤੀਜਾ ਕੰਮ ਹੈ, ਉਹਨਾਂ ਨੂੰ ਰੋਜ਼ਗਾਰ ਦੇਵਾਂਗੇ। ਜੇ ਵਿਹਲੇ ਰਹਿ ਗਏ 20-25 ਦਿਨਾਂ ਬਾਅਦ ਫੇਰ ਆ ਜਾਣਗੇ ਵਾਪਸ, ਉਹ ਨਹੀਂ ਤਾਂ ਨਸ਼ੇ ਵਾਲੇ। ਸੋ ਬਾਕੀ ਨਵੀਆਂ ਭਰਤੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ 32,000 ਦੇ ਕਰੀਬ ਤੁਸੀਂ ਕਿਹਾ, 1235 ਤਾਂ ਤੁਸੀਂ ਕੱਲੇ BBMP 'ਚ ਹੀ ਦੱਸਿਆ। ਤੇ ਨਵੀਆਂ ਭਰਤੀਆਂ ਜਿਹੜੀਆਂ ਨੇ, ਜਿਉਂ-ਜਿਉਂ ਲੀਗਲ ਰਸਤੇ ਸਾਫ਼ ਹੋਈ ਜਾਣਗੇ, ਅਸੀਂ ਨਵੀਆਂ ਭਰਤੀਆਂ ਕਰੀ ਜਾਵਾਂਗੇ। ਅਸੀਂ ਕੱਚਾ ਲਫ਼ਜ਼ ਜਿਹੜਾ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਮੂਹਰੋਂ, ਉਹਨਾਂ ਦੇ ਨਾਂ ਦੇ ਮੂਹਰੋਂ ਜਾਂ ਉਹਨਾਂ ਦੇ ਅਹੁਦੇ ਦੇ ਮੂਹਰੋਂ ਕੱਚਾ ਲਫ਼ਜ਼ ਹਟਾਉਣਾ ਚਾਹੁੰਦੇ ਹਾਂ। ਮੁਲਾਜ਼ਮ ਮੀਨਸ ਮੁਲਾਜ਼ਮ, ਗੌਰਮੈਂਟ ਦਾ ਮੁਲਾਜ਼ਮ। ਸੋ ਸਾਰੇ ਫੈਸਲੇ ਜਿਹੜੇ ਨੇ ਉਹ ਪੰਜਾਬ ਦੇ ਹਿੱਤ 'ਚ ਹੋ ਰਹੇ ਨੇ। 5.5 ਰੁਪਈਏ ਵਾਲੀਆਂ ਰੇਤ ਦੀਆਂ ਖੱਡਾਂ ਖੋਲ੍ਹ ਦਿੱਤੀਆਂ ਗਈਆਂ ਨੇ, ਆਉਣ ਵਾਲੇ ਦਿਨਾਂ 'ਚ ਹੋਰ ਖੁੱਲ੍ਹਣਗੀਆਂ। ਟੋਲ ਪਲਾਜ਼ੇ ਜਿਨ੍ਹਾਂ ਦੀ ਐਕਸਪਾਇਰੀ ਡੇਟ ਖਤਮ ਹੋ ਗਈ, ਉਹਨਾਂ ਨੂੰ ਬੰਦ ਕਰਾਂਗੇ। ਹਾਲਾਂਕਿ ਉਹ ਐਕਸਟੈਂਸ਼ਨ ਮੰਗ ਰਹੇ ਨੇ। ਕਦੋਂ ਤੋਂ ਮੰਗ ਰਹੇ ਨੇ? 2013 ਤੋਂ। ਮਿਲ ਵੀ ਰਹੀ ਸੀ। ਵਧਾ ਦਿਓ ਜੀ 4 ਸਾਲ, ਚਲੋ ਚੱਕ 4 ਸਾਲ। ਵਧਾ ਦਿਓ ਜੀ 2 ਸਾਲ, ਚੱਕ 2 ਸਾਲ। ਆਪਾਂ ਕਿਹੜਾ ਕਿਸੇ ਟੋਲ ਪਲਾਜ਼ੇ ਨੂੰ ਜਾ ਕੇ ਪੁੱਛਦੇ ਹਾਂ ਵੀ ਭਾਈ ਕਿੰਨਾ ਕੁ ਚਿਰ ਲਾਓਗੇ, ਇਹ ਰੇਟ ਵੀ ਵਧਾਈ ਚਲੋ ਨਾਲ। ਇਹ ਲੁੱਟ ਜਿਹੜੀ ਹੈ ਨਹੀਂ ਚੱਲੂਗੀ। ਉਹਦੇ ਵਾਸਤੇ ਸਾਨੂੰ ਚਾਹੇ ਹਾਈ ਕੋਰਟ 'ਚ ਲੜਨਾ ਪਵੇ, ਸੁਪਰੀਮ ਕੋਰਟ 'ਚ ਲੜਨਾ ਪਵੇ। ਜਿਹੜੇ ਟੋਲ ਪਲਾਜ਼ੇ ਦੀ ਜਿਸ ਦਿਨ ਡੇਟ ਖਤਮ ਹੋ ਗਈ, ਕੋਈ ਐਕਸਟੈਂਸ਼ਨ ਨਹੀਂ, ਉਸੇ ਦਿਨ ਬੰਦ ਹੋਊਗਾ ਰਾਤ 12 ਵਜੇ। ਇਹ ਚੰਗਾ ਕੰਮ ਫੜਿਆ। ਨਾ ਕੋਈ ਕੱਚਾ ਮਾਲ ਲੱਗੇ, ਨਾ ਕੋਈ ਪੋਲੂਸ਼ਨ ਸਰਟੀਫਿਕੇਟ ਲੈਣਾ। ਬਸ 3-4 ਘੁਰਨੇ ਜੇ ਬਣਾ ਕੇ ਲੋਕਾਂ ਤੋਂ ਪੈਸੇ ਫੜੀ ਜਾਣੇ, ਇੱਧਰਲੇ ਤੋਂ ਫੜ ਲਓ, ਇੱਧਰਲੇ ਤੋਂ ਫੜ ਲਓ। ਕੋਈ ਇਨਵੈਸਟਮੈਂਟ ਨਹੀਂ ਇਹ 'ਚ। ਸੜਕਾਂ ਉਹ ਨਹੀਂ ਠੀਕ ਕਰਦੇ, ਐਂਬੂਲੈਂਸਾਂ ਉਹਨਾਂ ਕੋਲੇ ਹੈ ਨਹੀਂ, ਰਿਕਵਰੀ ਵੈਨਾਂ ਉਹਨਾਂ ਕੋਲੇ ਹੈ ਨਹੀਂ। 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਪਾਸ ਬਣਦੇ ਨੇ ਮਹੀਨੇ ਦੇ, ਜਿਹੜੇ 20 ਕਿਲੋਮੀਟਰ ਦੇ ਰੇਡੀਅਸ ਰਹਿੰਦੇ ਨੇ ਉਸ ਟੋਲ ਪਲਾਜ਼ੇ ਤੋਂ, ਕਦੇ ਉਹ ਨਹੀਂ ਬਣਾਏ। ਸੋ ਜਿੱਥੇ ਵੀ ਪੈਸਾ ਬਚੂਗਾ ਪੰਜਾਬ ਦਾ, ਅਸੀਂ ਬਚਾਵਾਂਗੇ, ਬਚਾ ਕੇ ਖਜ਼ਾਨੇ 'ਚ ਲਿਆਵਾਂਗੇ। ਉਹ ਖਜ਼ਾਨੇ 'ਚੋਂ ਜਿਹੜਾ ਪੈਸਾ ਹੈ ਉਹ ਤੁਹਾਡੀਆਂ ਤਨਖਾਹਾਂ ਰਾਹੀਂ, ਉਹ ਬਿਜਲੀ ਰਾਹੀਂ, ਉਹ ਇਨਫਰਾਸਟ੍ਰਕਚਰ ਰਾਹੀਂ, ਉਹ ਤੁਹਾਨੂੰ ਬਿਹਤਰ ਸਹੂਲਤਾਂ ਰਾਹੀਂ, ਚੰਗੇ ਸਕੂਲਾਂ ਰਾਹੀਂ, ਮੁਹੱਲਾ ਕਲੀਨਿਕਾਂ ਰਾਹੀਂ, ਚੰਗੇ ਹਸਪਤਾਲਾਂ ਰਾਹੀਂ ਤੁਹਾਡੇ ਦੀ ਵਾਪਸ ਲੱਗੂਗਾ। ਉਹ ਪੈਸਾ, ਤੁਹਾਡਾ ਪੈਸਾ ਤੁਹਾਨੂੰ ਵਾਪਸ। ਤੇ ਉਧਰ ਤ੍ਰਿਪੁਰਾ ਦੇ ਵਿੱਚ ਨਵੀਂ ਸਰਕਾਰ ਬਣਾਉਣ ਲਈ ਸਾਰੀਆਂ 60 ਸੀਟਾਂ ਤੇ 16 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। PM ਮੋਦੀ ਵੀ ਵਿਰੋਧੀ ਧਿਰ ਤੇ ਹਮਲੇ ਕਰਦੇ ਹੋਏ ਨਜ਼ਰ ਆਏ। ਖੱਬੇ ਪੱਖੀਆਂ ਬਾਰੇ ਉਹਨਾਂ ਕਿਹਾ ਕਿ ਖੱਬੇ ਪੱਖੀ ਤ੍ਰਿਪੁਰਾ ਨੂੰ ਗੁਲਾਮ ਸਮਝਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮਾਹੌਲ ਭਾਜਪਾ ਦੇ ਹੱਕ ਦੇ ਵਿੱਚ ਹੈ, ਕਿਉਂਕਿ ਤ੍ਰਿਪੁਰਾ ਦੇ ਲੋਕ ਆਪਣੀਆਂ ਅੱਖਾਂ ਸਾਹਮਣੇ ਵਿਕਾਸ ਦੇਖ ਰਹੇ ਹਨ। ਅੱਜ ਤ੍ਰਿਪੁਰਾ ਦੇ ਵਿੱਚ ਕੋਈ ਵੀ ਅਜਿਹਾ ਪਰਿਵਾਰ ਨਹੀਂ ਹੈ ਜਿਸ ਦੀ ਭਾਜਪਾ ਸਰਕਾਰ ਨੇ ਅੱਗੇ ਤੋਂ ਸੇਵਾ ਨਾ ਕੀਤੀ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਇਸ ਚੋਣ ਦੇ ਵਿੱਚ ਜਿੱਥੇ ਵੀ ਜਾਣ ਦਾ ਮੌਕਾ ਮਿਲਿਆ, ਮੈਂ ਦੇਖਿਆ ਕਿ ਇੱਕ ਵਾਰ ਫਿਰ
ਤ੍ਰਿਪੁਰਾ ਦੇ ਲੋਕਾਂ ਨੇ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਡਬਲ ਇੰਜਨ ਵਾਲੀ ਸਰਕਾਰ ਨੂੰ ਤੁਹਾਡਾ ਸਾਥ ਦੇਖ ਕੇ ਮੇਰੀ ਖੁਸ਼ੀ ਦੀ ਦੁਗਣੀ ਹੋ ਗਈ ਹੈ। ਚੋਣ ਰੈਲੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਕੀ ਕੁਝ ਕਿਹਾ, ਆਓ ਸੁਣ ਲੈਂਦੇ ਹਾਂ। भाइयों और बहनों, डबल इंजन सरकार गरीबों की सरकार है, वंचितों आदिवासियों की सरकार है, मध्यम वर्ग मिडिल क्लास की सरकार है, युवाओं की सरकार है, महिलाओं की सरकार है। पहली बार देश में छोटे किसानों, खेत मजदूरों, घरों में काम करने वालों, छोटे छोटे दुकानदारों, सभी के लिए पेंशन की सुविधा लेकर हम आए हैं। पहली बार सामान्य से सामान्य परिवार को 2 लाख रुपए तक के बीमा की व्यवस्था हमने की है। पहली बार रेहड़ी, ठेले, पटरी, फुटपाथ पर जो अपना थोड़ा बहुत कारोबार करते हैं, ऐसे साथियों को भी पीएम स्वनिधि योजना की वजह से बैंकों से मदद मिल रही है। इन गरीबों की कोई सुनता नहीं था। जो फुटपाथ पर पैर करके जूते रिपेयर कर रहा है, जो फुटपाथ पर सब्जी बेच रहा है, जो ठेले में फल सब्जी बेच रहा है, खिलौने बेच रहा है, उसके लिए बैंक के दरवाजे बंद थे। वो बेचारा ब्याज से पैसे लेने जाता था, और अगर 1000 रुपया लेने जाता था तो सुबह वो 100 रुपये पहले ही काट लेता था, 900 देता था, और शाम को जाकर के फिर 1000 लौटाना होता था। गरीब कर्जदार बनता जाता था। ये आपके बेटे ने ये तय किया कि मुझे गरीबों को इस ब्याज के चक्कर से बाहर लाना है, और हमने रेहड़ी पटरी वालों के लिए बैंक के दरवाजे खोल दिए, और आज वो ब्याज के चक्कर से बाहर आ रहे हैं। इस वर्ष के बजट में पहली बार हमारे जो विश्वकर्मा साथी होते हैं, जो मिस्त्री है, कारपेंटर है, गहने बनाते हैं, औजार बनाते हैं, मूर्तिकार है, ऐसे हर साथी के लिए हम विशेष योजना लाए हैं। त्रिपुरा में बीजेपी सरकार ने सामाजिक भत्ते को भी 500 से बढ़ाकर 2000 रुपये किया है। भाइयों और बहनों, वामपंथी और कांग्रेस अपनी सत्ता की भूख मिटाने के लिए कुछ भी कर सकते हैं। अब देखिए, इनकी ये कांग्रेस और लेफ्ट केरल में क्या कर रहे हैं। कल ही आपने देखा होगा, मारधाड़ कर दी उन्होंने, दोनों ने एक दूसरे के खिलाफ। केरल में कांग्रेस और वामपंथ के बीच में कुश्ती चल रही है, लड़ाई चल रही है, और त्रिपुरा में दोस्ती कर रहे हैं। केरल में कुश्ती, त्रिपुरा में दोस्ती। लेकिन नेताओं की ये दोस्ती क्या कांग्रेस के कार्यकर्ताओं और वोटरों के बीच भी हो सकती है क्या? कांग्रेस के वो कार्यकर्ता, कांग्रेस को वो पुराने वोटर जिनको दशकों तक लेपवालों ने प्रताड़ित किया, तंग किया, चोट पहुंचाई, उनके जवान बेटों को मार दिया, क्या हमारे ये लोग लेप के इन करतूतों को भूल जाएंगे क्या? ये नेता लोग सत्ता भूख में उन पर हुए अत्याचारों को भुला करके राजनीतिक स्वार्थ के लिए निकल पड़े हैं। क्या त्रिपुरा की जनता ऐसे लोगों को माफ करेगी? एक झंडा लगाने तक के लिए जिनके अपनों का खून बहाया गया, क्या वो पुरानी बातें भूल जाएंगे? वो भी सिर्फ इसलिए कि कांग्रेस के कुछ नेताओं को सत्ता की भूख है, उन्हें अपनी तिजोरी भरनी है। इनके लिए अपने कार्यकर्ताओं और अपने वोटरों की भावना बिल्कुल मायने नहीं रखती।
त्रिपुरा के लोगों को लेफ्ट और कांग्रेस के ऐसे स्वार्थी गठबंधन से बच करके रहना है। साथियों, भाजपा त्रिपुरा की सुरक्षा और विकास की गारंटी है। भाजपा विकास में भेदभाव नहीं करती है। भाजपा झंडे के आधार पर सरकारी लाभ में भेदभाव नहीं करती, क्योंकि भाजपा बदले की नहीं, बदलाव की राजनीति करती है। जनहित और राष्ट्रहित की राजनीति करती है। इसलिए पिछली बार की तुलना में इस बार भाजपा ज्यादा वोटों के साथ वापसी कर रही है, आपके आशीर्वाद से कर रही है। और मैं आपको वादा करता हूं, एक एक वादा पूरा करूंगा। हर क्षेत्र, हर वर्ग में अभूतपूर्व समर्थन भाजपा को मिल रहा है। मैं त्रिपुरा के हर भाई बहन को ये भरोसा देने आया हूं कि भाजपा के रहते आपको कोई नुकसान नहीं पहुंचा पाएगा। भाजपा सरकार में आपके बच्चों के भविष्य से कोई खिलवाड़ नहीं कर पाएगा। जब जनता के हित की बात होती है, भाजपा कड़े और बड़े फैसले लेने से पीछे नहीं हटती। इसलिए आपको मैं फिर एक बार आग्रह करता हूं कि 16 फरवरी को भाजपा को और हमारे सहयोगी साथियों को सुबह से ही मतदान के लिए निकल पड़िए, भारी मतदान करिए। भाइयों और बहनों, आज पूरे देश में भाजपा युवाओं की पहली पसंद है। भाजपा युवाओं की हर जरूरत को, उनकी आकांक्षाओं को सर्वोपरि रखती है। बीते वर्षों में जिस प्रकार देश में शिक्षा और स्किल डेवलपमेंट पर काम हुआ है, उसका भी लाभ त्रिपुरा को मिला है। बीते 5 वर्षों में त्रिपुरा को IIIT, लॉ यूनिवर्सिटी, नेशनल फॉरेंसिक साइंस यूनिवर्सिटी, इंटरनेशनल बुद्धिस्ट यूनिवर्सिटी, गिनते जाओ, ये डबल इंजन सरकार ने दिया है। इन्हीं वर्षों में त्रिपुरा को अपना पहला आजादी के 75 साल के बाद पहला डेंटल कॉलेज आपको मिला है। अटल बिहारी वाजपेयी रीजनल कैंसर हॉस्पिटल अब नॉर्थ ईस्ट के सबसे अच्छे कैंसर अस्पतालों में से एक है। जनजातीय क्षेत्रों में बड़ी संख्या में एकलव्य मॉडल आवासीय स्कूल खोले जा रहे हैं। भाइयों बहनों, शिक्षा और कौशल के साथ साथ युवाओं के लिए रोजगार डबल इंजन सरकार की प्राथमिकता है। टूरिज्म में रोजगार की अभूतपूर्व संभावनाएं हैं और इसलिए भाजपा सरकार त्रिपुरा में इस पर बहुत जोर दे रही है। आज भाजपा सरकार यहां की सांस्कृतिक विरासत को समृद्ध कर रही है, इंफ्रास्ट्रक्चर को आधुनिक बना रही है। इसका बड़ा लाभार्थी यहां का टूरिज्म सेक्टर है। यहां पवित्र त्रिपुर सुंदरी मंदिर है, चतुर्देव देवता मंदिर है, ब्रह्मकुंड है। आस्था और आध्यात्म से जुड़े ऐसे अनेक पवित्र स्थान त्रिपुरा में हैं, जो देश और दुनिया को आकर्षित कर रहे हैं। यहां त्रिपुर सुंदरी मंदिर के आसपास 51 शक्तिपीठों के रेप्लिका का काम किया जा रहा है। माताबाड़ी रेलवे स्टेशन से त्रिपुर सुंदरी मंदिर को रोपवे से जोड़ा जा रहा है। पुष्पवंता पैलेस को महाराजा वीरेंद्र किशोर माणिक्य संग्रहालय और सांस्कृतिक केंद्र के रूप में विकसित किया जा रहा है। ये काम सिर्फ भाजपा ही कर सकती है। इसलिए त्रिपुरा के गौरव को बढ़ाने के लिए भी आपको मैं आज आग्रह करने आया हूं कि 16 फरवरी को त्रिपुरा का एक एक वोट कमल के निशान पर, भाजपा के साथियों के निशान पर पहुंचना चाहिए।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਤੇ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਨਸ਼ਿਆਂ ਦੇ ਖਿਲਾਫ ਫੈਸਲਾਕੁਨ ਜੰਗ ਦੇ 8ਵੇਂ ਮਹੀਨੇ ਦੇ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਪੰਜਾਬ ਪੁਲਿਸ ਨੂੰ ਹੁਣ ਇਸ ਵਾਰ ਲਗਾਤਾਰ ਵੱਡੀਆਂ ਕਾਮਯਾਬੀਆਂ ਵੀ ਮਿਲ ਰਹੀਆਂ ਹਨ। ਇਸੇ ਲੜੀ ਦੇ ਤਹਿਤ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 1540 ਵੱਡੀਆਂ ਮੱਛੀਆਂ ਸਣੇ 19,576 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕੁੱਲ 7,999 FIR ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 915 ਵਪਾਰ ਨਾਲ ਸੰਬੰਧਿਤ ਹਨ। IG ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਪੂਰੇ ਸੂਬੇ ਦੇ ਵਿੱਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਉਣ ਤੋਂ ਇਲਾਵਾ ਸੂਬੇ ਭਰ ਦੇ ਵਿੱਚ ਸੰਵੇਦਨਸ਼ੀਲ ਰਸਤਿਆਂ ਤੇ ਨਾਕੇ ਲਗਾਉਣ ਤੋਂ ਇਲਾਵਾ 529.53 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ IG ਸੁਖਚੈਨ ਸਿੰਘ ਗਿੱਲ ਨੇ ਹੋਰ ਕੀ ਕੁਝ ਕਿਹਾ, ਆਓ ਸੁਣ ਲੈਂਦੇ ਹਾਂ। ਡਰੱਗਸ ਦੇ ਖਿਲਾਫ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਤੇ ਸਪੈਸ਼ਲ ਕੈਂਪੇਨ ਚਲਾਈ ਗਈ ਸੀਗੀ। ਇਹ ਕੈਂਪੇਨ ਨੂੰ ਹੁਣ 7 ਮਹੀਨੇ ਪੂਰੇ ਹੋ ਗਏ ਆ। 5 ਜੁਲਾਈ ਨੂੰ ਇਹ ਸ਼ੁਰੂ ਕੀਤੀ ਗਈ ਸੀਗੀ ਔਰ 5 ਫਰਵਰੀ ਨੂੰ ਇਹਨੂੰ 7 ਮਹੀਨੇ ਪੂਰੇ ਹੋ ਗਏ। ਸੋ ਇਸ ਪੀਰੀਅਡ ਦੇ ਦੌਰਾਨ ਪੰਜਾਬ ਪੁਲਿਸ ਨੇ ਡਰੱਗਸ ਦੇ ਖਿਲਾਫ ਕਾਫੀ ਵੱਡੀ ਕਾਰਵਾਈ ਜਿਹੜੀ ਆ ਕੀਤੀ ਹੈ, ਜਿਹਦੇ 'ਚ ਟੋਟਲ FIR ਜਿਹੜੀਆਂ ਦਰਜ ਹੋਈਆਂ 7,999 FIR ਦਰਜ ਹੋਈਆਂ ਇਸ ਪੀਰੀਅਡ ਦੇ ਦੌਰਾਨ ਔਰ 10,576 ਜਿਹੜੇ ਦੋਸ਼ੀ ਆ ਉਹ ਅਰੈਸਟ ਕੀਤੇ ਗਏ। ਇਹਦੇ ਵਿੱਚੋਂ ਕਮਰਸ਼ੀਅਲ ਕੁਆਂਟੀਟੀ ਦੀਆਂ 915 FIR ਦਰਜ ਹੋਈਆਂ, ਜਿਹਦੇ 'ਚ 1540 ਜਿਹੜੇ ਵੱਡੇ ਸਮਗਲਰ ਅਰੈਸਟ ਕੀਤੇ ਗਏ। ਮੀਡੀਅਮ ਕੁਆਂਟੀਟੀ ਦੀਆਂ 6,019 FIR ਦਰਜ ਹੋਈਆਂ, ਸਮਾਲ ਕੁਆਂਟੀਟੀ ਦੀਆਂ 1,065 FIR ਦਰਜ ਹੋਈਆਂ। ਇਸ ਸਮੇਂ ਦੇ ਦੌਰਾਨ ਜਿਹੜੀਆਂ ਸਭ ਤੋਂ ਵੱਧ FIR ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 624 FIR ਦਰਜ ਹੋਈਆਂ ਡਰੱਗਸ ਦੇ ਖਿਲਾਫ, ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ 596 FIR ਦਰਜ ਹੋਈਆਂ, ਪਟਿਆਲਾ ਦੇ ਵਿੱਚ 482 FIR ਦਰਜ ਹੋਈਆਂ। ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਭ ਤੋਂ ਵੱਧ FIR ਪਟਿਆਲਾ ਦੇ ਵਿੱਚ 79 FIR ਦਰਜ ਹੋਈਆਂ, ਲੁਧਿਆਣਾ ਕਮਿਸ਼ਨਰੇਟ ਦੇ ਵਿੱਚ 56 FIR ਦਰਜ ਹੋਈਆਂ, STF SAS ਨਗਰ ਦੇ ਵਿੱਚ 53 FIR ਇਸ ਸਮੇਂ ਦੇ ਦੌਰਾਨ ਦਰਜ ਹੋਈਆਂ। ਮੀਡੀਅਮ ਕੁਆਂਟੀਟੀ ਦੇ ਵਿੱਚ ਸਭ ਤੋਂ ਵੱਧ ਫਿਰੋਜ਼ਪੁਰ ਦੇ ਵਿੱਚ 582 FIR, ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ 512 FIR ਤੇ ਪਟਿਆਲਾ ਦੇ ਵਿੱਚ 355 FIR ਦਰਜ ਹੋਈਆਂ। ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗਸ ਫੜੇ ਗਏ, ਜਿਹਦੇ ਵਿੱਚ ਹੈਰੋਇਨ ਦੀ ਜਿਹੜੀ ਟੋਟਲ ਰਿਕਵਰੀ ਆ ਉਹ 677 ਕਿਲੋਗ੍ਰਾਮ ਦੀ ਰਿਕਵਰੀ ਆ, ਜਿਹਦੇ ਵਿੱਚੋਂ 529 ਕਿਲੋਗ੍ਰਾਮ ਜਿਹੜੀ ਆ ਉਹ ਪੰਜਾਬ ਦੇ ਅੰਦਰੋਂ ਫੜੀ ਗਈ ਹੈ। 147.5 ਕਿਲੋਗ੍ਰਾਮ ਜਿਹੜੀ ਆ ਉਹ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ ਸੀ ਪੋਰਟਸ ਤੋਂ ਪੰਜਾਬ ਪੁਲਿਸ ਦੀ ਇੰਟਰਫੇਰੈਂਸ ਦੇ ਨਾਲ, ਪੰਜਾਬ ਪੁਲਿਸ ਦੀ ਐਕਟੀਵਿਟੀਜ਼ ਦੇ ਨਾਲ ਉਹ ਫੜੀ ਗਈ ਹੈ। 423 ਕਿਲੋ ਓਪੀਅਮ ਫੜੀ ਗਈ ਹੈ। 255 ਕੁਇੰਟਲ ਯਾਨੀ ਕਿ 25,548 ਕਿਲੋਗ੍ਰਾਮ ਜਿਹੜਾ ਹੈ ਉਹ ਪੌਪੀ ਹਸਕ ਦੀ ਰਿਕਵਰੀ ਕੀਤੀ ਗਈ ਹੈ। 2 ਕਿਲੋ 46 ਗ੍ਰਾਮ ਜਿਹੜਾ ਵਾ ਉਹ ਸੁਲਫਾ ਜਿਹੜਾ ਹੈ ਰਿਕਵਰ ਕੀਤਾ ਗਿਆ ਔਰ 51,39,882 ਜਿਹੜੇ ਨੇ ਮੈਡੀਕਲ ਡਰੱਗਸ, ਜਿਹਦੇ ਵਿੱਚ ਇੰਜੈਕਸ਼ਨਸ, ਟੈਬਲੇਟਸ, ਸਿਰਪਸ ਜਿਹੜੇ ਨੇ ਇਲੀਗਲ ਉਹ ਸਾਰੇ ਆਉਂਦੇ ਆ, ਉਹਦੀ ਰਿਕਵਰੀ ਇਸ ਸਮੇਂ ਦੇ ਦੌਰਾਨ ਹੋਈ ਹੈ। ਕੁਝ ਵੱਡੀਆਂ ਰਿਕਵਰੀਜ਼ ਇਸ ਪੀਰੀਅਡ ਦੇ ਦੌਰਾਨ ਕੀਤੀਆਂ ਗਈਆਂ, ਜਿਹਦੇ ਵਿੱਚ ਜਿਹੜੀ 15 ਕਿਲੋ ਦੀ ਇੱਕ ਰਿਕਵਰੀ ਜਿਹੜੀ ਸੀ ਹੈਰੋਇਨ ਦੀ, ਜਿਹਦੇ 'ਚ ਇੱਕ ਯੂਵੇਨਾਈਲ ਨੂੰ ਗ੍ਰਿਫਤਾਰ ਕੀਤਾ ਸੀ। 15 ਕਿਲੋ ਹੈਰੋਇਨ ਤੇ 8.4 ਲੱਖ ਜਿਹੜਾ ਵਾ ਡਰੱਗ ਮਨੀ ਰਿਕਵਰ ਕੀਤੀ ਗਈ। ਉਹਦੇ 'ਚ ਇੱਕ ਅਕਿਊਜ਼ ਜਿਹੜਾ ਹੈ ਰੇਸ਼ਮ ਸਿੰਘ ਅਜੇ ਅਬਸਕੌਂਡਿੰਗ ਆ, ਜਿਹਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਫਰਦਰ ਉਹਨੂੰ ਇਨਵੈਸਟੀਗੇਟ ਕਰਦੀ ਪਈ ਆ। ਕਾਫੀ ਵੱਡਾ ਨੈਕਸਸ ਜਿਹੜਾ ਵਾ ਇਸ 'ਚੋਂ ਨਿਕਲਣ ਦੀ ਸੰਭਾਵਨਾ ਵਾ ਔਰ ਜਿਹੜਾ ਇਹ ਯੂਵੇਨਾਈਲ ਫੜਿਆ ਵਾ ਉਹਦਾ ਪਿਛੋਕੜ ਜਿਹੜਾ ਵਾ ਉਹਦੇ 'ਚ ਪਰਿਵਾਰ ਦੇ ਕੁਝ ਮੈਂਬਰ ਪਹਿਲਾਂ ਤੋਂ ਵੀ ਇਸ ਜਿਹੜਾ ਡਰੱਗ ਦੀ ਜਿਹੜਾ ਇਲੀਗਲ ਸਮਗਲਿੰਗ ਆਫ ਡਰੱਗਸ ਦੇ ਵਿੱਚ ਇਨਵੋਲਵ ਸੀਗੇ। ਇਸੇ ਤਰ੍ਹਾਂ ਪੰਜਾਬ ਪੁਲਿਸ ਨੇ ਇੱਕ ਹੋਰ ਜੁਆਇੰਟ ਆਪਰੇਸ਼ਨ ਦੇ ਵਿੱਚ 3 ਕਿਲੋਗ੍ਰਾਮ ਹੈਰੋਇਨ ਫੜੀ ਆ, ਜਿਹੜੀ ਖੇਮਕਰਨ ਸੈਕਟਰ ਦੇ ਵਿੱਚ ਫੜੀ ਆ BSF ਦੇ ਨਾਲ ਕੋਆਰਡੀਨੇਸ਼ਨ 'ਚ। ਉਹਦੀ ਵੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ। ਸੋ ਡਰੱਗਸ ਦੇ ਉੱਤੇ ਕਾਫੀ ਕੰਮ ਜਿਹੜਾ ਵਾ ਇਹਨਾਂ ਦਿਨਾਂ ਦੇ ਵਿੱਚ ਹੋਇਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਇਸ ਸਮੇਂ ਦੇ ਦੌਰਾਨ 25 ਜਿਹੜੇ ਨੇ ਟੈਰਰ ਮੋਡਿਊਲਸ ਬਸਟ ਕੀਤੇ ਆ, ਜਿਹਦੇ ਵਿੱਚ 160 ਟੈਰਰਿਸਟਸ ਜਿਹੜੇ ਨੇ ਓਬਲੀਕ ਜਿਹੜੇ ਐਕਸਟ੍ਰੀਮਿਸਟ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਮੇਂ ਦੇ ਦੌਰਾਨ। ਇਸੇ ਤਰ੍ਹਾਂ 30 ਜਿਹੜੇ ਨੇ ਸਫਿਸਟੀਕੇਟਡ ਵੈਪਨਸ, 200 ਰਿਵਾਲਵਰ ਪਿਸਟਲਸ ਤੇ 24 ਡਰੋਨ ਜਿਹੜੇ ਨੇ ਉਹ ਹੁਣ ਤੱਕ ਜਿਹੜੇ ਕਨਫਿਸਕੇਟ ਕੀਤੇ ਗਏ ਆ। 140 ਜਿਹੜੇ ਨੇ ਗੈਂਗਸਟਰ, 24 ਡਰੋਨ, 140 ਜਿਹੜੇ ਨੇ ਕ੍ਰਿਮੀਨਲ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਮੋਡਿਊਲਸ ਨੂੰ, ਜਿਹਦੇ 'ਚ 555 ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ, 2 ਨੂੰ ਨਿਊਟਰਲਾਈਜ਼ ਕੀਤਾ ਗਿਆ
ਤੇ 510 ਜਿਹੜੇ ਨੇ ਵੈਪਨ ਤੇ 129 ਵਹੀਕਲਸ ਕ੍ਰਾਈਮ ਦੇ ਵਿੱਚ ਜਿਹੜੇ ਯੂਜ਼ ਹੋਏ ਆ ਉਹ ਪੰਜਾਬ ਪੁਲਿਸ ਨੇ ਰਿਕਵਰ ਕੀਤੇ ਆ। ਤੁਰਕੀ ਸੀਰੀਆ ਸਰਹੱਦ ਤੇ ਸਥਿਤ ਕਾਹਰਾਮਨ ਮਾਰਸ ਸ਼ਹਿਰ 'ਚ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 4.7 ਰਹੀ। ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ 'ਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 36,000 ਹੋ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਹੁਣ 1 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਬਚਾਅ ਕਾਰਜ ਵੀ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕੜਾਕੇ ਦੀ ਠੰਡ ਦੇ ਵਿੱਚ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਰਮਚਾਰੀ ਪਿਛਲੇ 5 ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਤੁਰਕੀ ਦੇ ਵਿੱਚ 31,643 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਆંકੜਿਆਂ ਦੇ ਮੁਤਾਬਕ ਇਕੱਲੇ ਸੀਰੀਆ ਦੇ ਵਿੱਚ ਹੁਣ ਤੱਕ 4,614 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਅਤੇ ਤਬਾਹੀ ਦੇ ਵਿਚਾਲੇ ਤੁਰਕੀ ਦੇ ਵਿੱਚ ਲੁੱਟ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਨੇ। ਤੁਰਕੀ ਦੇ 8 ਸੂਬਿਆਂ ਤੋਂ ਲੁੱਟ ਦੇ ਦੋਸ਼ 'ਚ 98 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਵਿੱਚੋਂ 42 ਲੋਕ ਹਤਾਏ ਸੂਬੇ ਦੇ ਹਨ। ਤੇ ਇਹ ਸੀ ਅੱਜ ਦਾ ਪ੍ਰਾਈਮ ਟਾਈਮ। ਕੱਲ ਫਿਰ ਮਿਲਾਂਗੇ ਇਸੇ ਟਾਈਮ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।